बहुत प्यारे। मैं चाहता हूँ कि आप मुझे समझाएं कि किस तरह से अपनी गलतियों को दूर करते हुए डायरी मैं रख सकता हूँ। जब मैं डायरी रखता हूँ तो मैं देखता हूँ कि हर रोज वही गलतियाँ बार बार मैं करता जा रहा हूँ और मैं उन गलतियों से छुटकारा नहीं पा सकता। तो मैं क्या करूं जिससे कि जिस ढंग से डायरी रखी जानी चाहिए उस ढंग से मैं डायरी रखूं। परम पिता परमात्मा सावण कृपाल ਦੇ ਚਰਨਾਂ ਦੇ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਸਾਨੂੰ ਆਪ ਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਜੋ ਕੱਲ स्वामी जी महाराज ਦਾ ਸਤਸੰਗ ਹੋਇਆ ਸੀਗਾ, ਮੇਰਾ ਖਿਆਲ ਹੈ ਕਿ ਇਹ ਸਾਨੂੰ ਵਾਰ-ਵਾਰ ਸੁਣਨਾ ਵੀ ਚਾਹੀਦਾ। ਟੇਪ ਅੰਦਰ ਜਦੋਂ ਛਪੇਗਾ ਪ੍ਰੇਮੀ ਮੈਗਜ਼ੀਨ 'ਚ ਵੀ ਵਾਰ-ਵਾਰ ਪੜ੍ਹਨਗੇ ਤੇ ਇਹਦੇ ਵਿੱਚ ਬਹੁਤ ਮਦਦ ਮਿਲੇਗੀ। ਬਹੁਤ ਸਾਰੇ ਪ੍ਰੇਮੀ ਡਾਇਰੀ ਤਾਂ ਰੱਖਦੇ ਹੈ, ਡਾਇਰੀ ਭਰਦੇ ਵੀ ਹੈ, ਲੇਕਿਨ ਡਾਇਰੀ ਦੀ ਮਹਾਨਤਾ ਨੂੰ ਨਹੀਂ ਸਮਝਦੇ, ਕਿਉਂਕਿ ਡਾਇਰੀ ਦੀ ਇਸ ਵਿੱਚ ਹੀ ਮਹਾਨਤਾ ਹੈ ਕਿ ਕੀ ਸਾਡੇ ਉਹ ਐਬ ਦਿਨ ਭਰ ਦੇ ਯਾਦ ਹੈ। ਅਗਰ ਯਾਦ ਹੈ तो असी उसनू लिख लेने हैं। जद लिख ले तो फिर दूजी वारी वो ऐब अगर हुंदा है तो मैं कल दसिया सी कि इसका मतलब है कि असी गुरु ना मजाक करते हैं। पंजाबी दी कहावत है, पंचायत आई सिर मत्ते परनाला उत्थे दा उत्थे। प्यारे जे चोर हर रोज चोरी भी करे, वो बार बार जाके अफसर दे पेश भी होवे, वो अफसर की करदा है, उसनू सजा दे दिंदा है। लेकिन संत मत दे अंदर सजा तो नहीं दिंदे गए। महाराज कृपाल कहंदे हुंदे सी कि काल दे राज विच न्याय है तो दयाल दे राज विच बख्शिश है। वो बख्शदे तां है, पर वो जिहड़ी बख्शिश है ਉਹਦੇ ਨਾਲ ਤੁਹਾਡੀ ਆਤਮਾ ਦੀ ਹੀ ਸਫਾਈ ਹੋਏਗੀ, ਲੇਕਿਨ ਤੁਸੀਂ ਅੰਦਰ ਨਹੀਂ ਜਾ ਸਕੋਗੇ, ਚੜ੍ਹਾਈ ਨਹੀਂ ਕਰ ਸਕੋਗੇ। ਸੰਤ ਮਤ ਕੋਈ ਸਮਾਜ ਨਹੀਂ, ਇਹਦੇ ਵਿੱਚ ਕੋਈ ਚੇਲਿਆਂ ਦੀ ਗਿਣਤੀ ਕਰਨਾ ਨਹੀਂ ਹੁੰਦਾਗਾ ਵੀ ਕੋਈ ਫੌਜ ਖੜੀ ਕਰਨੀ ਹੈ। ਸੰਤ ਮਤ ਆਪਣੇ ਆਪ ਨੂੰ ਸੁਧਾਰਨ ਦਾ ਮਤ ਹੈ। ਸੰਤਾਂ ਦਾ ਜੋ ਭਾਵ ਹੁੰਦਾ ਹੈ ਉਹ ਵੱਧ ਤੋਂ ਵੱਧ ਆਤਮਾ ਨੂੰ ਪਰਮਾਤਮਾ ਦੇ ਮਿਲਣ ਵਾਸਤੇ ਤਿਆਰ ਕਰਨਾ। सत्संगी च हमेशा ही प्यार की खुशबू होनी चाहिए है, गंद की बदबू नहीं होनी चाहिए। दूसरे बंदे नूं मिलन सार सत्संगी तो यह महसूस होवे कि किसी पूरे संत कोले पूरे गुरु कोले जा रहा है। प्यारे महाराज जी कहते सी माड़ा कुत्ता खसमे गाली। अगर सेवक गलतियां करता है तो दूसरे लोग ਉਹਨੂੰ ਤਾਂ ਗਾਲੀਆਂ ਨਿਕਾਲਣੀਆਂ ਸਨ, ਉਹਦੇ ਗੁਰੂ ਨੂੰ ਉਸ ਤੋਂ ਵੱਧ ਗਾਲੀਆਂ ਨਿਕਾਲਦੇ ਹੈ ਕਿ ਇਸ ਨੂੰ ਉਹ ਸੁਧਾਰਦਾ ਨਹੀਂ, ਇਸ ਨੂੰ ਮਤ ਨਹੀਂ ਦੇ ਰਿਹਾ। ਪਿਆਰਿਓ, ਮੇਰੀ ਜ਼ਿੰਦਗੀ ਦਾ ਇੱਕ ਐਸਾ ਵਾਕਿਆ ਸੀਗਾ, ਅੱਜ ਤੋਂ ਕੋਈ 30 ਸਾਲ ਪਹਿਲਾਂ। ਇੱਕ ਆਗਰੇ ਦਾ ਸਤਸੰਗੀ ਸੀ, ਉਹ ਉੱਥੋਂ ਨਾਮ ਲੈ ਕੇ ਆਇਆ, ਆ ਕੇ ਸ਼ਰਾਬ ਪੀਣ ਲੱਗ ਪਿਆ। ਮੇਰੇ ਮਕਾਨ ਤੋਂ ਥੋੜੀ ਜਿਹੀ ਦੂਰ ਉਹ ਮਹਿਫਲ ਸ਼ਰਾਬੀਆਂ ਦੀ ਲੱਗੀ ਹੋਈ ਸੀ। ਉਹਦਾ ਨਾਂ ਹੀ ਉਹ ਮਹਿਫਲ ਵਾਲੇ ਸਵਾਮੀ ਜੀ ਕਹਿੰਦੇ ਸੀ ਕਿ ਸਵਾਮੀ ਜੀ ਦੇ ਹੱਥ ਦੀ ਸ਼ਰਾਬ ਪੀਓ। ਪੀਂਦੇ ਪੀਂਦੇ ਉਹ ਲੜ ਪਏ। ਉਹਨਾਂ ਨੇ ਖੂਬ ਉਹ ਸਵਾਮੀ ਨੂੰ ਕੁੱਟਿਆ। ਕੁੱਟ ਕੇ ਮੇਰੇ ਬੂਹੇ ਦੇ ਅੱਗੇ ਸਿੱਟ ਗਏ। ਕਹਿਣ ਲੱਗੇ ਤੂੰ ਆਪਦੇ ਸਵਾਮੀ ਨੂੰ ਸਾਂਭ ਲੈ। ਹੁਣ ਤੁਸੀਂ ਸੋਚ ਕੇ ਦੇਖ ਲਓ, ਜਿਨ੍ਹਾਂ ਨੇ ਉਹ ਕੁੱਟ ਪੈਂਦੀ ਦੇਖੀ ਜਾਂ ਜਿਨ੍ਹਾਂ ਨੇ ਉਸ ਦੀ ਸੰਭਾਲ ਕੀਤੀ ਮਗਰੋਂ, ਪਿਆਰਿਓ ਤੁਸੀਂ ਦੇਖੋ ਉਹ ਕਿੰਨਾ ਬੁਰਾ ਮਹਿਸੂਸ ਕਰਦੇ ਸੀਗੇ। ਫੇਰ ਬੇਸ਼ੱਕ ਮੈਂ ਆਗਰੇ ਦਾ ਸਤਸੰਗੀ ਨਹੀਂ ਸੀਗਾ, ਪਰ ਇਤਨਾ ਤਾਂ ਲੋਕ ਜਾਣਦੇ ਹੀ ਹੁੰਦੇ ਹੈ ਕਿ ਬਈ ਇਹ ਇਹਨਾਂ ਦੀ ਜਿਹੜੀ ਸ਼ਾਖ ਹੈ, ਜਿਹੜਾ ਮੁੱਢ ਹੈ, ਉਹ ਆਗਰੇ ਦੇ ਅੰਦਰ ਸਵਾਮੀ ਜੀ ਮਹਾਰਾਜ ਹੋਏ ਹੈ। ਪਿਆਰਿਓ, ਗਲਤੀ ਤਾਂ ਜ਼ਿੰਦਗੀ ਦੀ ਇੱਕ ਹੀ ਖੁਸ਼ ਕਰ ਦਿੰਦੀ ਹੈ। ਮਹਾਰਾਜ ਕਹਿੰਦੇ ਹੁੰਦੇ ਸੀਗੇ ਕਿ ਬੰਦਾ ਪਾਰ ਪਹੁੰਚਿਆ ਗਲਤੀ ਕਰਕੇ ਗਿਰ ਜਾਂਦਾ ਹੈ। ਸੋ ਸਾਨੂੰ ਗਲਤੀ ਕਰਨ ਤੋਂ ਪਹਿਲਾਂ ਹੁਸ਼ਿਆਰ ਹੋਣਾ ਚਾਹੀਦਾ, ਸੋਚਣਾ ਚਾਹੀਦਾ ਹੈ ਕਿ ਇਹਦੇ ਨਾਲ ਮੇਰੀ ਆਤਮਾ ਤੇ ਕਿਤਨੀ ਮੈਲ ਚੜੇਗੀ, ਮੇਰੇ ਗੁਰੂ ਨੂੰ ਕਿਤਨੀ ਇਸ ਦੀ ਬਦਨਾਮੀ ਹੋਏਗੀ। ਡੈਰੀ ਜੀਵਨ ਦੀ ਪੜਤਾਲ ਹੈ।
ਬੜਾ ਅੱਛਾ ਪ੍ਰਮਾਤਮਾ ਕਿਰਪਾਲ ਨੇ ਸਾਡੇ ਤੇ ਦਇਆ ਕਰਕੇ ਸਾਨੂੰ ਸੁਧਰਨ ਵਾਸਤੇ ਇੱਕ ਮੌਕਾ ਦਿੱਤਾ ਹੈ। संत जी, कृपा करके आप मेरी नादानी के लिए मुझे क्षमा करें, लेकिन क्या आप अपने दृष्टिकोण से हमें बता सकते हैं कि आश्रम का क्या मकसद है, आश्रम का क्या काम होता है, फंक्शन क्या? हाँ भाई, महाराज किरपाल ने आश्रम बारे काफी कुछ लिखिया है। मैं आशा करदा आप ਨੂੰ ਪੜ੍ਹ ਕੇ ਵੀ ਤਸੱਲੀ ਕਰ ਲੈਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਆਸ਼ਰਮ ਰਹਿਣ ਦੀ ਜਗ੍ਹਾ ਨੂੰ ਹੀ ਆਸ਼ਰਮ ਕਿਹਾ ਜਾਂਦਾ ਹੈ। हाँ भाई, और महाराज जी, जिस दिन हमने भजन गाए थे, जिस दिन भजनों की बारी थी, उस दिन आपने इस बात पर जोर दिया था कि हमें बच्चों की रहनुमाई करनी चाहिए और उसकी बड़ी महानता है। मेरा 7 साल का लड़का है जिसे धुन प्राप्त है, और वो सोमवार से लेके वीरवार तक मेरे साथ रहता है और शुक्रवार से लेके इतवार तक अपने पिता के साथ में रहता है, जो कि सत्संगी नहीं है, और जो उसे मीट खिलाता है क्योंकि वो ये समझता है कि मीट उसकी सेहत के लिए अच्छा है। तो ऐसे हालात के अंदर मैं किस तरह से अपने बेटे को आपकी सलाह के अनुसार रहनुमाई दे सकती हूँ, क्योंकि जो कुछ भी वो मेरे से सीखता है, जब वो अपने पिता के पास जाता है तो उसके बारे में सवाल पूछे जाते हैं और जो कुछ भी मेरी शिक्षा होती है उससे उलट उसको बताया जाता है। हाँ भाई, ਜਿਹਦਾ ਕੋਈ ਐਸਾ ਪਰਸਨਲ ਮਸਲਾ ਹੁੰਦਾ ਹੈ ਉਸ ਨੂੰ ਦਰਸ਼ਨਾਂ ਦੇ ਦੌਰਾਨ ਹੀ ਪੁੱਛਣਾ ਬਿਹਤਰ ਰਹਿੰਦਾ ਹੈ। हाँ भाई, और संत जी, किस तरह से सत्संगी को पता लगे कि उस कठपुतली की डोर सर्वशक्तिमान भगवान हिला रहा है या काल हिला रहा है? मतलब जब भी हम कोई काम करते हैं तो कैसे पता लगे कि ये परमात्मा हमसे करवा रहा है या काल करवा रहा है? हाँ भाई, हर सत्संगी ਨੂੰ ਗੌਰ ਨਾਲ ਸਮਝਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ। ਮੈਂ ਆਮ ਤੌਰ ਤੇ ਪ੍ਰੇਮੀਆਂ ਨੂੰ ਸੰਤ ਬਾਣੀ ਮੈਗਜ਼ੀਨ ਪੜ੍ਹਨ ਦੀ ਕਾਫੀ ਸਲਾਹ ਦਿੰਦਾ ਹੁੰਦਾ ਕਿ ਉਹਦੇ ਅੰਦਰ ਬਹੁਤ ਦਫਾ ਇਹ ਛਪ ਵੀ ਚੁੱਕਿਆ ਹੈ, ਲੇਕਿਨ ਮੈਂ ਅੱਜ ਫੇਰ ਤੁਹਾਨੂੰ ਡਿਟੇਲ ਦੇ ਵਾਰ ਦੱਸ ਦਿੰਦਾ ਹੈ। ਹਰ ਆਤਮਾ ਦੀਆਂ ਡੋਰੀਆਂ ਜਿਹੜੀਆਂ ਹਨ ਉਹ ਕਾਲ ਨੇ ਅੰਦਰ ਲੈ ਮੰਡਲਾਂ ਦੇ ਉੱਤੇ ਛਪਾ ਕੇ ਰੱਖੀਆਂ ਹੁੰਦੀਆਂ ਹਨ। ਇਸੇ ਵਾਸਤੇ ਸੰਤ ਪੂਰੇ ਗੁਰੂ ਤੇ ਜ਼ੋਰ ਦਿੰਦੇ ਹੈ, ਕਿਉਂਕਿ ਪੂਰਾ ਗੁਰੂ ਹੀ ਨਾਮਦਾਨ ਦੇ ਵਕਤ ਉਸ ਕਾਲ ਤੋਂ ਡੋਰੀਆਂ ਲੈ ਕੇ ਸੱਚਖੰਡ ਦੇ ਵਿੱਚ ਬੰਦਾ ਹੈ। ਕਾਲ ਕੋਈ ਲਫ਼ਜ਼ ਨਹੀਂ, ਹਊਆ ਨਹੀਂ, ਇਹ ਇੱਕ ਸ਼ਕਤੀ ਹੈ, ਉਸੇ ਪ੍ਰਭੂ ਪ੍ਰਮਾਤਮਾ ਦੀ ਬਣਾਈ ਹੋਈ। ਤੁਸੀਂ ਅਨੁਰਾਗ ਸਾਗਰ ਨੂੰ ਪੜ੍ਹ ਕੇ ਦੇਖ ਲਓ ਕਿ ਕਿਸ ਤਰ੍ਹਾਂ ਇਹਨੇ ਭਗਤੀ ਕੀਤੀ ਔਰ ਸਤਪੁਰਸ਼ ਨੇ ਪਿਆਰ ਵਾਸਤੇ ਇਸ ਨੂੰ ਆਤਮਾ ਸੌਂਪੀਆਂ ਹਨ। ਇਸ ਨੇ ਆਪ ਦੇ ਮੰਡਲਾਂ ਵਿੱਚ ਆਤਮਾ ਦੀਆਂ ਡੋਰੀਆਂ ਛੁਪਾ ਕੇ ਰੱਖੀਆਂ ਹਨ। ਜਿਸ ਸੰਤ ਦੀ ਉੱਪਰ ਰਸਾਈ ਨਹੀਂ ਹੁੰਦੀਗੀ ਉਹ ਇਹ ਸ਼ਕਤੀ ਤੋਂ ਡੋਰੀਆਂ ਲੈ ਨਹੀਂ ਸਕਦਾਗਾ। ਕਾਲ ਕਿਸੇ ਹੱਦ ਤੱਕ ਆਤਮਾ ਨੂੰ ਸਵਰਗ ਬਕੁੰਠ ਜੋ ਕਾਲ ਦੀ ਭਗਤੀ ਕਰਦੇ ਹੈ ਉਹਨਾਂ ਨੂੰ ਦਿੰਦਾ ਹੈ। ਜੋ ਕਾਲ ਦੇ ਰਾਜ ਦੇ ਵਿੱਚ ਵੀ ਅੱਛਾ ਡਿਸਪਲਿਨ ਨਹੀਂ ਰੱਖਦੇ ਗਏ, ਕਾਲ ਨੇ ਉਹਨਾਂ ਵਾਸਤੇ ਸਜ਼ਾ ਦਾ ਮੰਡਲ ਨਰਕ ਬਣਾਏ ਹੋਏ ਹੈ, ਉਹਨਾਂ 'ਚ ਭੇਜਦਾ ਹੈ। ਜਦੋਂ ਕਾਲ ਸਾਡੀ ਡੋਰ ਹਿਲਾਉਂਦਾ ਹੈ ਉਦੋਂ ਸਾਡਾ ਬਾਹਰਮੁਖੀ ਭਗਤੀ ਕਰਨੀ ਖਿਆਲ ਜਾਂਦਾ ਹੈ, ਲੇਕਿਨ ਜਾਂ ਵਿਸ਼ੇ ਬਕਾਰਾਂ ਦੀ ਸ਼ਰਾਬਾ ਕਰਬਾਬਾਂ ਦੀ ਤਰਫ ਸਾਡਾ ਖਿਆਲ ਜਾਂਦਾ ਹੈ। ਜਦ ਤੁਹਾਡੇ ਅੰਦਰ ਬੁਰੇ ਖਿਆਲ ਉੱਠਦੇ ਆ, ਕਾਮ ਦਾ, ਕ੍ਰੋਧ ਦਾ, ਚੋਰੀ ਯਾਰੀ ਦੇ, ਜਦ ਐਸੇ ਖਿਆਲ ਤੁਹਾਡੇ ਅੰਦਰ ਪੈਦਾ ਹੁੰਦੇ ਆ ਉਦੋਂ ਸਤਸੰਗੀ ਨੂੰ ਹੁਸ਼ਿਆਰ ਹੋ ਜਾਣਾ ਚਾਹੀਦਾ ਹੈ ਕਿ ਇਸ ਵੇਲੇ ਮੇਰੀ ਡੋਰ ਕਾਲ ਹਿਲਾਏਗਾ, ਮੈਂ ਇਹਨਾਂ ਚੀਜ਼ਾਂ ਦੀ ਤ੍ਰਿਪਤੀ ਵਾਸਤੇ ਮੈਨੂੰ ਇਹ ਕਰਨੀਆਂ ਪੈਣਗੀਆਂ। ਜੋ ਤੁਹਾਡੇ ਅੰਦਰ ਕਾਮ ਦੀ ਲਹਿਰ ਉੱਠਦੀ ਹੈ, ਕ੍ਰੋਧ ਦੀ ਉੱਠਦੀ ਹੈ, ਹੋਰ ਵੀ ਕਾਲ ਦੀਆਂ ਸ਼ਕਤੀਆਂ ਦੀ ਲਹਿਰ ਉੱਠਦੀ ਹੈ, ਉਸ ਵੇਲੇ ਭਜਨ ਬੈਠੋ, ਗੁਰੂ ਅੱਗੇ ਫਰਿਆਦ ਕਰੋ। ਅਗਰ ਜੇ ਤੁਹਾਡੇ ਉਹ ਫੇਰ ਵੀ ਖਿਆਲ ਜ਼ਬਰਦਸਤ ਹੈ ਤਾਂ ਜਦੋਂ ਤੁਹਾਡਾ ਮਨ ਸ਼ਾਂਤ ਹੁੰਦਾ ਹੈ, ਅੱਛੇ ਖਿਆਲ ਪੈਦਾ ਹੁੰਦੇ ਹੈ, ਉਸ ਤੋਂ ਵੀ ਤੁਸੀਂ ਫਾਇਦਾ ਉਠਾਓ ਕਿ ਹੁਣ ਮੈਨੂੰ ਸਤਿਗੁਰੂ ਪ੍ਰੇਰ ਰਿਹਾ ਹੈ, ਉਦੋਂ ਭਜਨ ਬੈਠੋ। ਇਹ ਕਾਫੀ ਬਰੀਕੀ ਨਾਲ ਸਤਸੰਗੀ ਨੂੰ ਆਪਦੇ ਅੰਦਰ ਮਨ ਦੀ ਚੌਕੀਦਾਰੀ ਕਰਨੀ ਪੈਂਦੀ ਹੈ ਕਿ ਕੀ ਪਹਿਲਾਂ ਸਤਸੰਗੀ ਨੂੰ ਸੰਘਰਸ਼ ਕਰਨਾ ਪੈਂਦਾ ਹੈ ਕਿ ਇਹ ਕਾਲ ਦਾ ਖਿਆਲ ਆ ਰਿਹਾ ਹੈ ਜਾਂ ਗੁਰੂ ਦਾ ਆ ਰਿਹਾ ਹੈ। ਗੁਰੂ ਤੁਹਾਨੂੰ ਹਮੇਸ਼ਾ ਹੀ ਬੁਰਾਈ ਤੋਂ ਵਰਜੇਗਾ ਔਰ ਭਜਨ ਦੀ ਪ੍ਰੇਰਨਾ ਅੰਦਰੋਂ ਦੇਗਾ, ਕਾਲ ਤੁਹਾਨੂੰ ਇਸ ਪਾਸੇ ਪ੍ਰੇਰੇਗਾ। ਇਸੇ ਤਰ੍ਹਾਂ
ਸਾਰੀ ਜ਼ਿੰਦਗੀ ਪੁਣਛਾਣ ਕਰਦੇ ਨਹੀਂ ਰਹਿਣਾ ਚਾਹੀਦਾ। ਸਾਨੂੰ ਅਭਿਆਸ ਵੀ ਸਾਥ ਦੇ ਕਰਨਾ ਹੈ ਤਾਂ ਕਿ ਸਾਡਾ ਮਗਰੋਂ ਆ ਕੇ ਡਾਇਰੈਕਸ਼ਨ ਹੀ ਬਦਲ ਜਾਂਦਾ ਹੈ ਜਦ ਉੱਪਰ ਚੜ੍ਹਾਈ ਹੋ ਜਾਂਦੀ ਹੈ। ਪਿਆਰਿਓ, ਜਿਨ੍ਹਾਂ ਚੀਜ਼ਾਂ ਨੂੰ ਅਸੀਂ ਅੱਜ ਬੁਰਾਈਆਂ ਨੂੰ ਬੁਰਾਈਆਂ ਨਹੀਂ ਸਮਝਦੇਗੇ, ਛੱਡ ਨਹੀਂ ਸਕਦੇਗੇ, ਹਾਲਾਂਕਿ ਰੋਂਦੇ ਵੀ हैं, करलाते भी हैं, लेकिन फिर भी यार खाने हैं। लेकिन जे थोड़ी जी तुसी हिम्मत करके तीसरे तिल ते एकाग्र भी हो जाओ, फिर भी तुसी थोड़ा डायरेक्शन बदल जाएगा। तुसी इस पासे सोचोगे भी नहीं कि जिन्ना बरियाई करन च हुण आनंद आउंदा है, उन्ना इहनूं छड्डण विच भी आनंद आएगा। हाँ महाराज जी, क्या आप हमें बता सकते हैं कि सत्संगी के जीवन के अंदर जो घटनाएं होती हैं उसके बारे में, कि उस सत्संगी की अपनी क्या इच्छा की वजह से वो घटनाएं होती हैं, या भगवान की मौज की वजह से वो घटनाएं होती हैं, या कर्मों के कानून के हिसाब से, या जो हमारी किस्मत बनी है उसके हिसाब से वो घटनाएं होती हैं। इन सब बातों के अंदर काल जो है वो कहाँ फिट बैठता है, कहाँ वो आता है। और हम जो अपनी इच्छाएं करते हैं, आम जो छोटी छोटी इच्छाएं होती हैं वो, या जो कई दफ़ा बहुत ही गंभीर इच्छाएं, बहुत बड़ी इच्छाएं कर लेते हैं, तो ये सब चीज़ें कैसे एक दूसरे से मेल खाती हैं? मतलब कितना कुछ हमारी इच्छा पे निर्भर करता है, कितना कुछ परमात्मा की मौज पे निर्भर करता है, और कितनी हमारी किस्मत में लिखा है उसकी वजह से होता है, या कितना हमारे कर्मों की वजह से होता है। क्लियर था बनाया नहीं क्लियर ये मतलब जैसे नहीं बेटा, लिखने वाले ने कोई क्लियर नहीं ना बनाया। मतलब इसके पूछने का मतलब ये है कि जैसे आम हमारी जिंदगी में जो घटनाएं होती हैं, मैं वो तो मतलब तो समझता है, पर हाँ भाई, मैनू अफसोस है कि बहुत प्रेमी सवाल लिखता लेंदे है, लेकिन उसनूं दोबारे नहीं पढ़ देगे भी अगों जवाब भी देना है। होरां प्रेमियां ने उस सवाल नूं सुनना भी है, ऐसा ना होवे कि मेरे सवाल ते सारे हसन। हाँ भाई, महाराज सावण सिंह दा वाक मैं हमेशा ही दसदा हुंदा है कि ਉਹ ਕਹਿੰਦੇ ਹੁੰਦੇ ਸੀ, ਦੁੱਖ ਸੁੱਖ ਗਰੀਬੀ ਅਮੀਰੀ ਬਿਮਾਰੀ ਤੰਦਰੁਸਤੀ, ਇਹ 6 ਚੀਜ਼ਾਂ ਅਸੀਂ ਸਭ ਲਿਖਾ ਕੇ ਲਿਆਏ ਹੈ। ਸਰੀਰ ਦੀ ਰਚਨਾ ਮਗਰੋਂ ਬਣਦੀ ਹੈ, ਪ੍ਰਾਲਬਤ ਪਹਿਲਾਂ ਬਣ ਜਾਂਦੀ ਹੈ। ਤੁਲਸੀਦਾਸ ਨੇ ਕਿਹਾ ਸੀ, ਪਹਿਲੇ ਬਣੀ ਪ੍ਰਾਲਬਤ ਪਿੱਛੇ ਬਣਿਆ ਸਰੀਰ, ਤੁਲਸੀ ਦਾਸਾ ਖੇਲ ਅਚਰਜ ਹੈ ਪਰ ਮਨ ਨਹੀਂ ਬਣਦਾ ਤੀਰ। ਹਾਂ ਭਾਈ, ਮੈਂ ਤੁਹਾਨੂੰ ਮਿਸਾਲ ਦੇ ਕੇ ਸਮਝਾਊਂਗਾ ਕਿ ਕਿਸ ਤਰ੍ਹਾਂ ਸਾਡੀ ਪ੍ਰਾਲਬਤ ਬਣਦੀ ਹੈ, ਕਿਉਂਕਿ ਮਿਸਾਲ ਦੇ ਨਾਲ ਸਮਝਣਾ ਆਸਾਨ ਹੋ ਜਾਂਦਾ ਹੈ। ਜਿਵੇਂ ਆਪਾਂ ਕੋਈ ਸਕੂਲ ਦਾ ਕਾਰਿਕ੍ਰਮ ਬਣਾਉਨੇ ਹੈ, ਉਹਦੇ ਅਲੱਗ-ਅਲੱਗ ਆਪਾਂ ਪੀਰੀਅਡ ਮੁਕਰਰ ਕਰਦੇ ਹਾਂ ਕਿ ਇਸ ਪੀਰੀਅਡ ਦੇ ਵਿੱਚ ਇਹ ਪੜ੍ਹਾਈ ਹੋਏਗੀ, ਇਹ 'ਚ ਇਹ ਹੋਏਗੀ। ਇਸੇ ਤਰ੍ਹਾਂ ਉਹ ਕਲਾਸ ਚੇਂਜ ਹੁੰਦੀ ਰਹਿੰਦੀ ਹੈ, ਔਰ ਉਹਦੇ ਨਾਲ ਹੀ ਜਿਹੜਾ ਟੀਚਰ ਹੈ ਉਹ ਪੜ੍ਹਾਈ ਸ਼ੁਰੂ ਕਰ ਦਿੰਦਾ ਹੈ ਜਿਹੜਾ ਕਾਰਿਕ੍ਰਮ ਬਣਿਆ ਹੋਇਆ ਹੈ। ਇਸੇ ਤਰ੍ਹਾਂ ਸਾਡੀ ਪ੍ਰਾਲਬਤ ਦੁੱਖ ਸੁੱਖ ਗਰੀਬੀ ਅਮੀਰੀ ਬਿਮਾਰੀ ਤੰਦਰੁਸਤੀ ਜੋ ਕੁਛ ਵੀ ਪਹਿਲਾਂ ਬਣਿਆ ਹੈ, ਇਹ ਵੀ ਇੱਕ ਉਸੇ ਤਰ੍ਹਾਂ ਪੀਰੀਅਡ ਬਣੇ ਹੁੰਦੇ ਹੈ, ਇਹ ਵੀ ਉਸੇ ਤਰ੍ਹਾਂ ਬਦਲਦੇ ਰਹਿੰਦੇ ਹੈ। ਜਿਸ ਤਰ੍ਹਾਂ ਹਰ ਸਬਜੈਕਟ ਦਾ ਮਕਸਦ ਹੁੰਦਾ ਹੈ, ਲੇਕਿਨ ਉਸ ਦਾ ਪਹਿਲਾਂ ਉਹ ਬੱਚੇ ਨੂੰ ਨਹੀਂ ਪਤਾ ਹੁੰਦਾਗਾ। ਜਦ ਉਸ ਨੂੰ ਪੜ੍ਹ ਲੈਂਦਾ ਹੈ, ਬਾਅਦ ਵਿੱਚ ਪਤਾ ਲੱਗਦਾ ਹੈ ਕਿ ਇਸ ਦਾ ਕੀ ਮਤਲਬ ਸੀ। ਤੋ ਇਸੇ ਤਰ੍ਹਾਂ ਹੀ ਦੁੱਖ ਦੀ ਸੁੱਖ ਦੀ ਜਿੰਨੇ ਵੀ ਇਹ ਪੀਰੀਅਡ ਬਣੇ ਹੈ, ਉਹਦੇ ਮੁਤਾਬਕ ਘਟਨਾ ਘਟਦੀ ਤੁਰੀ ਆਉਂਦੀ ਹੈ। ਜੀਵ ਉੱਥੋਂ ਤੱਕ ਪਹੁੰਚਿਆ ਨਹੀਂ ਹੁੰਦਾਗਾ ਜਿੱਥੇ ਕਿ ਇਹ ਕਰਮਾ ਜਿਹੜਾ ਕਰਮ ਭੁਗਤਾ ਰਿਹਾ ਹੁੰਦਾ ਹੈ, ਇਸ ਵਾਸਤੇ ਲਾਚਾਰ ਹੁੰਦਾ ਹੈ। ਹੁਣ ਕੀ ਹੈ, ਜੇ ਕੋਈ ਐਕਸੀਡੈਂਟ ਹੋ ਗਿਆ, ਬਿਮਾਰ ਹੋ ਗਏ, ਅਸੀਂ ਰੋਂਦੇ ਹਾਂ, ਚਲਾਉਂਦੇ ਹਾਂ। ਅਗਰ ਘਰ ਦੇ ਅੰਦਰ ਕੋਈ ਖੁਸ਼ੀ ਹੋ ਗਈ, ਵਪਾਰ 'ਚ ਵਾਧਾ ਹੋ ਗਿਆ, ਤਾਂ ਅਸੀਂ ਆਪਣੇ ਆਪ ਨੂੰ ਕ੍ਰੈਡਿਟ ਲੈਂਦੇ ਹਾਂ। ਜਿੱਥੋਂ ਤੱਕ ਕਾਲ ਦਾ ਹੈ ਦਖਲ, ਤੋਂ ਕਾਲ ਦੇ ਰਾਜ ਵਿੱਚ ਤਾਂ ਆਪਾਂ ਆਏ ਹੀ ਹੈ, ਕਾਲ ਦੇ ਰਾਜ ਵਿੱਚ ਹੀ ਆਪਾਂ ਕਰਮ ਕਰਦੇ ਹਾਂ, ਇਹਦੇ ਵਿੱਚ ਹੀ ਭੋਗਦੇ ਹਾਂ। ਕਾਲ ਦੇ ਰਾਜ ਵਿੱਚ ਹੀ ਮੌਤ ਪੈਦਾਇਸ਼ ਹੈ,
ਕਾਲ ਦੇ ਰਾਜ ਅੰਦਰ ਹੀ ਦੁੱਖ ਔਰ ਸੁੱਖ ਹੈ ਤੇ ਕਾਲ ਦੇ ਰਾਜ ਵਿੱਚ ਹੀ ਗਰੀਬੀ ਹੈ, ਅਮੀਰੀ ਹੈ, ਬਿਮਾਰੀ ਹੈ, ਤੰਦਰੁਸਤੀ ਹੈ। ਪਿਆਰੇ ਬੱਚਿਓ, ਦਿਆਲ ਦੇ ਰਾਜ ਵਿੱਚ ਨਾ ਮੌਤ ਹੈ, ਨਾ ਪੈਦਾਇਸ਼ ਹੈ, ਨਾ ਦੁੱਖ ਹੈ, ਨਾ ਸੁੱਖ ਹੈ। ਉੱਥੇ ਸ਼ਾਂਤੀ ਹੈ। ਦੁੱਖ ਸੁੱਖ ਜੋ ਕੁਝ ਵੀ ਅਸੀਂ ਮਹਿਸੂਸ ਕਰਦੇ ਹਾਂ, ਇਹਦਾ ਸਾਡੀ ਆਤਮਾ ਤੇ ਕੋਈ ਅਸਰ ਨਹੀਂ ਹੁੰਦਾਗਾ। ਸਾਡੇ ਮਨ ਦੇ ਉੱਤੇ, ਸਾਡੇ ਮਨ ਦੇ ਨਾਲ ਹੀ ਇਸ ਦਾ ਸੰਬੰਧ ਹੈ। ਲੋਹਾ ਬੇਸ਼ੱਕ ਅਗਨੀ ਵਿੱਚ ਪੈ ਕੇ ਜਲਦਾ ਨਹੀਂ, ਲੇਕਿਨ ਅਗਨੀ ਦਾ ਰੂਪ ਤਾਂ ਹੋ ਜਾਂਦਾ ਹੈ ਨਾ। ਜਿਹੜਾ ਸਰੀਰ ਸਾਨੂੰ ਪੁੰਨਾ ਪਾਪਾਂ ਕਰਕੇ ਮਿਲਿਆ ਹੈ, ਬਿਮਾਰੀਆਂ ਦਾ ਖੋਲ ਹੈ, ਤੋ ਪਿਆਰਿਓ ਆਤਮਾ ਰਹਿੰਦੀ ਤੇ ਇਸੇ ਪਿੰਜਰੇ ਦੇ ਅੰਦਰ ਹੀ ਹੈ, ਇਸੇ ਖੋਲ ਦੇ ਅੰਦਰ ਹੀ ਹੈ। ਬੇਸ਼ੱਕ ਇਹਦੇ ਉੱਤੇ ਅਸਰ ਨਹੀਂਗਾ, ਲੇਕਿਨ ਫਿਰ ਵੀ ਰਹਿ ਤਾਂ ਕੈਸੇ ਘਰ ਵਿੱਚ ਹੀ ਰਹੀ ਹੈ। ਜਦੋਂ ਅਸੀਂ ਸਿਮਰਨ ਦੇ ਜ਼ਰੀਏ ਆਪਣੇ ਖਿਆਲ ਨੂੰ, ਆਤਮਾ ਨੂੰ ਇਕਾਗਰ ਕਰ ਲੈਂਦੇ ਹਾਂ ਦੋਨਾਂ ਅੱਖਾਂ ਦੇ ਦਰਮਿਆਨ, ਜਿੱਥੇ ਆ ਕੇ ਅਸਥੂਲ ਪਰਦਾ ਲੈ ਜਾਂਦਾ ਹੈ, ਅੱਗੇ ਸੂਖਸ਼ਮ ਹੈ, ਕਾਰਨ ਹੈ, ਜਦ ਇਹ ਤਿੰਨੇ ਪਰਦੇ ਲਾ ਕੇ ਪਾਰ ਬ੍ਰਹਮ ਦੇ ਵਿੱਚ ਪਹੁੰਚ ਜਾਂਦੇ ਹੈ, ਫੇਰ ਸਾਨੂੰ ਹਰ ਇੱਕ ਘਟਨਾ ਦਾ ਗਿਆਨ ਹੋ ਜਾਂਦਾ ਹੈ। ਇਹ ਕਿਉਂ ਘਟਨਾ ਘਟੀ, ਇਹਦੇ ਪਿੱਛੇ ਕੀ ਕਾਰਨ ਹੈ। ਪਿਆਰਿਓ, ਇੱਥੇ ਪਹੁੰਚੇ ਹੋਏ ਮਹਾਤਮਾ ਪਰਮਾਤਮਾ 'ਚ ਨੁਕਸ ਨਹੀਂ ਕੱਢਦੇ ਗਏ, ਨਾ ਦੁੱਖ 'ਚ ਨਾ ਸੁੱਖ 'ਚ ਉਹ ਆਪਣੇ ਆਪ ਨੂੰ ਕ੍ਰੈਡਿਟ ਦਿੰਦੇ ਹੈ। ਉਹ ਜੋ ਕੁਝ ਕਹਿੰਦੇ ਹੈ ਕਿ ਕਰੇ ਕਰਾਏ ਆਪੇ ਆਪ, ਮਾਨੁਖ ਤੇ ਕੁਛ ਨਾ ਹੀ ਆਪ। ਇੱਥੇ ਪਹੁੰਚਿਆ ਹੋਇਆ, ਸੱਚਖੰਡ ਪਹੁੰਚਿਆ ਹੋਇਆ ਮਹਾਤਮਾ ਇਸ ਸੰਸਾਰ ਨੂੰ ਤਮਾਸ਼ੇ ਦੀ ਤਰ੍ਹਾਂ ਲੈਂਦਾ ਹੈ। ਨਾ ਇਹਦੇ ਵਿੱਚ ਉਹ ਦਿਲ ਲਾਉਂਦਾ ਹੈ, ਨਾ ਇਹਨੂੰ ਆਪਣਾ ਘਰ ਸਮਝਦਾ ਹੈ। ਉਹ ਤਾਂ ਇੱਕ ਤਮਾਸ਼ਾ ਸਮਝਦਾ ਹੈ ਕਿ ਜਿਸ ਤਰ੍ਹਾਂ ਤਮਾਸ਼ਾ ਦੇਖਣ ਵਾਲਾ ਉਹਨੂੰ ਆਪਣਾ ਘਰ ਨਹੀਂ ਸਮਝਦਾਗਾ। ਜਿੰਨਾ ਚਿਰ ਤਮਾਸ਼ਾ ਦੇਖਿਆ ਉਨਾ ਚਿਰ ਉੱਥੇ ਖੜਿਆ, ਉਸ ਤੋਂ ਬਾਅਦ ਉਹ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ। ਸੋ ਪਿਆਰਿਓ, ਸਾਨੂੰ ਹਮੇਸ਼ਾ ਹੀ ਭਜਨ ਸਿਮਰਨ ਦਿਲ ਲਾ ਕੇ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਕਾਲ ਦੇ ਜਿਹੜੇ ਸੰਤ ਸਿਰਫ ਸਾਨੂੰ ਕਾਲ ਦੀ ਜੇਲ੍ਹ ਚੋਂ ਛਡਾਉਣ ਵਾਸਤੇ ਆਉਂਦੇ ਹੈ, ਕਰਮਾਂ ਦੀ ਕੈਦ ਚੋਂ ਬਰੀ ਕਰਨ ਵਾਸਤੇ ਹੀ ਆਉਂਦੇ ਹੈ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ ਕਿ ਸਤਸੰਗੀ ਨੂੰ ਜਿੱਦੇ ਨਾਮ ਮਿਲ ਗਿਆ, ਉਹਦੇ ਲਖੀਰ ਕੱਢ ਦੇਣੀ ਚਾਹੀਦੀ ਹੈ ਕਿ ਪਿੱਛੇ ਜੋ ਕੁਝ ਹੋ ਗਿਆ ਉਹਦੀ ਤਾਂ ਮੈਨੂੰ ਮਾਫੀ ਦੇਤੀ ਹੈ ਮੇਰੇ ਗੁਰੂ ਨੇ। ਅੱਗੇ ਮੈਨੂੰ ਰਸਤਾ ਦੱਸਦਾ ਹੈ ਕਿ ਬੇਟਾ ਇਹ ਰਸਤਾ ਤੇਰਾ ਹੈ, ਅਗਰ ਇਸ ਤੋਂ ਤੂੰ ਭਟਕ ਜਾਏਗਾ ਤਾਂ ਤੂੰ ਆਪਣੀ ਮੰਜ਼ਿਲ ਤੇ, ਤੈਨੂੰ ਉਹਨਾਂ ਹੀ ਮੰਜ਼ਿਲ ਤੇ ਦੇਰ ਨਾ ਪਹੁੰਚੇਗਾ। ਪਰਮ ਪਿਤਾ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਸਾਨੂੰ ਆਪ ਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਪਿਆਰਿਓ, ਸ਼ਬਦ ਪੜ੍ਹ ਰਹੇ ਸੀ ਪ੍ਰੇਮੀ, ਅਜਾਇਬ ਕਿਰਪਾਲ ਤੋਂ ਮੰਗ ਲੈ ਮਾਫੀ। ਸਭ ਤੋਂ ਮਾਫੀ ਮੰਗਣੀ ਔਖੀ ਹੈ, ਕਿਉਂਕਿ ਜੇ ਜ਼ਬਾਨ ਨਾ ਮੰਗਦੇ ਹੈ, ਦਿਲ ਨਹੀਂ ਮੰਗਦਾ। ਅਗਰ ਸੱਚੇ ਦਿਲੋਂ ਜੋ ਕੁਛ ਅਸੀਂ ਜ਼ਬਾਨ 'ਚੋਂ ਬੋਲਦੇ ਹਾਂ, ਦਿਲ ਨਾਲ ਵੀ ਕਿਤੇ ਮਾਫੀ ਮੰਗੀ ਜਾਵੇ, ਸਾਡੇ ਜਨਮਾਂ ਜਨਮਾਤਰਾਂ ਦੇ ਜਿਤਨੇ ਵੀ ਪਾਪ ਹੈ, ਐਬ ਹੈ, ਸਭ ਸਾਫ਼ ਹੋ ਜਾਣ। ਮਾਫੀ ਮੰਗਣਾ ਸੱਚੇ ਦਿਲੋਂ ਪਿਆਰਿਓ ਭਜਨ ਸਿਮਰਨ ਤੋਂ ਵੀ ਉੱਤਮ ਹੈ। ਸੱਚ ਤਾਂ ਇਹ ਹੈ ਕਿ ਸੰਤਾਂ ਦਾ ਜੋ ਮਿਸ਼ਨ ਆ ਆਉਣ ਦਾ, ਸਿਰਫ ਜੀਵ ਨੂੰ ਮਾਫੀ ਵਾਸਤੇ ਤਿਆਰ ਕਰਨਾ ਹੈ। ਸੰਤ ਵੀ ਜਦੋਂ ਬਾਂਹ ਫੜ ਕੇ ਉਸ ਪਰਮਾਤਮਾ ਦੇ ਅੱਗੇ ਆਤਮਾ ਨੂੰ ਕਰਦੇ ਹੈ ਕਿ ਇਹ ਤੇਰਾ ਜੀਵ ਭੁੱਲਿਆ ਹੈ, ਮਾਫੀ ਮੰਗਣ ਵਾਸਤੇ ਆਇਆ ਹੈ। ਪਰਮ ਪਿਤਾ ਪਰਮਾਤਮਾ ਕਿਰਪਾਲ ਕਹਿੰਦੇ ਹੁੰਦੇ ਸਨ ਕਿ ਪਰਮਾਤਮਾ ਸਰਬ ਸਮਰੱਥ ਹੈ, ਸਭ ਕਾਸੇ ਦਾ ਮਾਲਕ ਹੈ। ਅਗਰ ਉਸ ਨੂੰ ਤੁਸੀਂ ਮਿਲਣਾ ਹੈ ਤਾਂ ਨਿਮਰਤਾ, ਦੀਨਤਾ ਲੈ ਕੇ ਜਾਓ, ਕਿਉਂਕਿ ਉਸ ਨੂੰ ਦੀਨਤਾ ਦੀ ਲੋੜ ਹੈ। ਉਹ ਕਿਹਦੇ ਅੱਗੇ ਦੀਨ ਹੋਵੇ। ਜਦੋਂ ਮਾਫੀ ਮੰਗਣ ਦਾ ਮਤਲਬ ਇਤਨਾ ਹੀ ਹੁੰਦਾ ਹੈ ਕਿ ਅਸੀਂ ਅੱਗੇ ਵਾਸਤੇ ਲਖੀਰ ਨਾ ਟੱਪੀਏ। ਇਹਦਾ ਨਾਮ ਮਾਫੀ ਹੈ। ਜੇ ਇੱਕ ਦਿਨ ਤਾਂ ਮਾਫੀ ਮੰਗ ਲਈ, ਅਗਲੇ ਦਿਨ ਫੇਰ ਉਹੀ ਕੰਮ ਕਰਦਾ ਰਿਹਾ, ਤੁਸੀਂ ਸੋਚ ਕੇ ਦੇਖ ਲਓ, ਇਹ ਮਾਫੀ ਨਹੀਂ, ਇਹ ਮਜ਼ਾਕ ਹੁੰਦਾ ਹੈ। ਤੁਹਾਡੇ ਅੱਗੇ ਸਵਾਮੀ ਜੀ ਮਹਾਰਾਜ ਦਾ ਸ਼ਬਦ ਰੱਖਿਆ ਜਾਂਦਾ ਹੈ, ਬੜੀ ਨਿਮਰਤਾ ਭਰਿਆ ਹੈ। ਮਹਾਰਾਜ ਸਾਵਣ
ਜਦੋਂ ਅੰਤ ਸਮੇਂ ਬਿਮਾਰ ਸਨ, ਉਸ ਵਕਤ ਮਹਾਰਾਜ ਕਿਰਪਾਲ ਤੋਂ ਇਹ ਸ਼ਬਦ ਆਮ ਸੁਣਦੇ ਹੁੰਦੇ ਸਨ, ਕੁੱਲ ਮਾਲਕ ਉਹ ਸਾਵਣ ਸਰੀਰ ਕਰਕੇ ਬਿਮਾਰੀ ਸੀ, ਉਹ ਬਿਮਾਰੀ ਵੀ ਸਾਡੇ ਜੀਵਾਂ ਦੇ ਕਰਮ ਸਨ, ਕਿਉਂਕਿ ਸੰਤ ਤਾਂ ਕਰਮਾਂ ਤੋਂ ਬਰੀ ਹੁੰਦੇ ਹੈ, ਉਹ ਕਰਮਾਂ ਦਾ ਹਿਸਾਬ ਕਿਤਾਬ ਦੇਣ ਨਹੀਂ ਆਉਂਦੇ ਹੁੰਦੇ, ਬਲਕਿ ਸਾਨੂੰ ਕਰਮਾਂ ਦੀ ਕੈਦ ਚੋਂ ਛਡਾਉਣ ਵਾਸਤੇ ਆਉਂਦੇ ਹੈ। ਪਿਆਰਿਓ, ਅੱਜ ਵੀ ਅਨੇਕਾਂ ਆਤਮਾ ਅਗਵਾਹੀ ਭਰਦੀਆਂ ਕਿ ਸਾਵਣ ਕਿਰਪਾਲ ਸਾਡੀ ਸੰਭਾਲ ਕਰਨ ਵਾਸਤੇ ਆਉਂਦੇ ਹੈ। ਕਈ ਪ੍ਰੇਮੀਆਂ ਨੂੰ ਨਾਮਦਾਨ ਦੇ ਵਕਤ ਦਰਸ਼ਨ ਵੀ ਹੁੰਦੇ ਹੈ, ਲੇਕਿਨ ਉਹ ਕੁੱਲ ਮਾਲਕ ਸਾਵਣ ਕਿਸ ਤਰ੍ਹਾਂ ਆਪਦੇ ਪੂਰਨ ਗੁਰੂ ਦੇ ਅੱਗੇ ਗੁਨਾਹਗਾਰ ਹੋ ਕੇ ਖੜ ਜਾਂਦਾ ਸੀਗਾ ਕਿ ਤੂੰ ਬਖਸ਼, ਅਸੀਂ ਔਗਣਹਾਰੇ ਹਾਂ। ਕਿਉਂਕਿ ਅਸੀਂ ਆਮ ਤੌਰ ਤੇ ਕੀ ਕਰਦੇ ਹਾਂ ਕਿ ਆਪਦੇ ਪਾਪ ਦੇਖਦੇ ਨਹੀਂ, ਜਦੋਂ ਦੇਖਦੇ ਨਹੀਂ ਅਸੀਂ ਉਹਨਾਂ ਨੂੰ ਛੱਡਣ ਵਾਸਤੇ ਤਿਆਰ ਨਹੀਂ, ਕਿਉਂਕਿ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਕਿ ਅਸੀਂ ਕੋਈ ਐਬ ਕਰਦੇ ਹਾਂ। ਇਸ ਵਾਸਤੇ ਅਸੀਂ ਦੂਸਰਿਆਂ ਦੇ ਐਬ ਹਮੇਸ਼ਾ ਗਿਣਦੇ ਰਹਿੰਦੇ ਹਾਂ, ਇੱਕ ਦੂਸਰੇ ਕੋਲੇ ਕਹਿੰਦੇ ਵੀ ਰਹਿੰਦੇ ਹਾਂ ਇਸ 'ਚ ਇਹ ਐਬ ਹੈ, ਲੇਕਿਨ ਸੰਤ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਤੁਸੀਂ ਆਪਣੇ ਐਬ ਦੇਖੋ, ਦੂਸਰੇ ਦੇ ਵਿੱਚੋਂ ਗੁਣ ਪ੍ਰਾਪਤ ਕਰੋ, ਗੁਣ ਗ੍ਰਹਿਣ ਦੀ ਆਦਤ ਪਾਓ। ਸਵਾਮੀ ਜੀ ਮਹਾਰਾਜ ਨੇ ਕਿਹਾ ਸੀ, ਦੋਖ ਪਰਾਇਆ ਦੇਖ ਕਰ ਚਲਤ ਹੰਸ ਹੰਸ, ਆਪ ਦਾ ਕਬੂ ਨਾ ਦੇਖਿਆ ਜਿਸ ਕਾ ਆਦ ਨਾ ਅੰਤ। ਗੁਰੂ ਸਾਹਿਬ ਕਹਿੰਦੇ ਹੈ, ਮੰਦਾ ਜਾਣਾ ਆਪਕੋ ਅਵਰ ਭਲਾ ਸੰਸਾਰ। ਕਬੀਰ ਸਾਹਿਬ ਕਹਿੰਦੇ, ਹਮ ਸਭ ਸੇ ਬੁਰੇ ਹਮ ਤਜ ਭਲੇ ਸਭ ਕੋਏ, ਜਿਨ ਐਸਾ ਕਰ ਮਾਨਿਆ ਤੇ ਮੀਤ ਹਮਾਰਾ ਸੋਏ। ਪਿਆਰਿਓ, ਸਭ ਸੰਤ ਪਰਮਾਤਮਾ ਰੂਪ ਸਨ, ਪਰਮਾਤਮਾ ਨੂੰ ਮਿਲੇ ਹੋਏ ਸਨ, ਉਹ ਤਾਂ ਐਬਾਂ ਤੋਂ ਰਹਿਤ ਸਨ, ਲੇਕਿਨ ਸਾਨੂੰ ਭੁੱਲੜ ਜੀਵਾਂ ਨੂੰ ਸਿਰਫ ਸਮਝਾਉਣ ਵਾਸਤੇ, ਸਿਖਾਉਣ ਵਾਸਤੇ ਕਿ ਇਹ ਦੁਨੀਆ ਦਮ ਮਾਰਨ ਦੀ ਨਹੀਂ। ਪਿਆਰਿਓ, ਇੱਥੇ ਸਾਨੂੰ ਇਹ ਮੌਕਾ ਮਿਲਿਆ ਹੈ ਇਨਸਾਨ ਦਾ ਜਾਮਾ ਪਰਮਾਤਮਾ ਦੀ ਭਗਤੀ ਵਾਸਤੇ। ਸਭ ਦੇ ਨਾਲ ਪਿਆਰ ਕਰੋ, ਆਪਦੇ ਐਬ ਦੇਖੋ, ਦੂਸਰੇ ਦੇ ਗੁਣ ਦੇਖੋ। ਸੋ ਸਵਾਮੀ ਜੀ ਮਹਾਰਾਜ ਸ਼ਬਦ ਦੇ ਵਿੱਚ ਕਹਿੰਦੇ ਆ ਕਿ ਹੇ ਗੁਰੂ, ਮੈਂ ਬੜਾ ਗੁਨਾਹਗਾਰ ਹਾਂ, ਪਰ ਫਿਰ ਵੀ ਤੇਰੀ ਸ਼ਰਨ ਵਿੱਚ ਆਇਆ ਹਾਂ, ਤੂੰ ਮੇਰੇ ਤੇ ਰਹਿਮ ਕਰ, ਤੂੰ ਮੈਨੂੰ ਬਖਸ਼। ਪ੍ਰਾਰਥਨਾ ਬਚਨ 29ਵਾਂ ਸ਼ਬਦ ਤੀਸਰਾ, ਸੰਤਾਂ ਦੀ ਬਾਣੀ ਪੰਨਾ ਨੰਬਰ 29। ਗੁਰੂ ਮੈਂ ਗੁਨਾਹਗਾਰ ਅਤ ਭਾਰੀ, ਗੁਰੂ ਮੈਂ ਗੁਨਾਹਗਾਰ ਅਤ ਭਾਰੀ, ਕਾਮ क्रोध और छल चतुराई, इन संग है मेरी यारी। ਸਿੱਖ ਇੱਕ ਇੱਕ ਕਰਕੇ ਐਬ ਗੁਰੂ ਅੱਗੇ ਦੱਸਦਾ ਹੈ ਕਿ ਮੇਰੇ ਵਿੱਚ ਕਿਹੜੇ ਐਬ ਹੈ। ਮੈਂ ਕਾਮੀ ਹੈ, ਆਪਣੀ ਇਸਤਰੀ ਤੇ ਸਬਰ ਕੀ ਕਰਨਾ ਸੀ, ਪਰਾਈਆਂ ਦੇ ਉੱਤੇ ਵੀ ਜਾ ਕੇ ਹਵਸ਼ ਪੂਰੀ ਕਰਦਾ ਹੈ, ਔਰ ਮੇਰੇ ਅੰਦਰ ਛਲ ਵੀ ਹੈ, ਮੇਰੇ ਅੰਦਰ ਧੋਖਾ ਦੇਣਾ ਵੀ ਇੱਕ ਮਾਮੂਲੀ ਦੂਸਰੇ ਵਾਸਤੇ ਬਾਤ ਹੈ। ਇਹਨਾਂ ਨਾਲ ਮੇਰੀ ਦੋਸਤੀ ਹੈ, ਇਹਨਾਂ ਚੀਜ਼ਾਂ ਛਲ ਨਾਲ, ਕਪਟ ਨਾਲ, ਕਾਮ ਨਾਲ ਮੇਰਾ ਪਿਆਰ ਹੈ। ਕਾਮ ਕ੍ਰੋਧ ਔਰ ਛਲ ਚਤੁਰਾਈ, इन संग है मेरी यारी, लोभ मोह अहंकार ईर्खा, मान बढ़ाई तारी। ਹੁਣ ਆਪ ਕਹਿੰਦਾ ਹੈ, ਮੈਂ ਲੋਭੀ ਹਾਂ, ਮੇਰੇ ਅੰਦਰ ਈਰਸ਼ਾ ਹੈ, ਕਿਸੇ ਨੂੰ ਤਰੱਕੀ ਦੇਖ ਕੇ ਮੈਂ ਜਰ ਨਹੀਂ ਸਕਦਾ, ਮੈਂ ਜਿੱਥੇ ਵੀ ਜਾਣਾ ਹੈ ਮਾਨ ਹੀ ਮਾਨ ਚਾਹੁੰਦਾ ਹੈ, ਆਦਰ ਹੀ ਆਦਰ ਚਾਹੁੰਦਾ ਹੈ। ਲੋਭ ਮੋਹ ਅਹੰਕਾਰ ਈਰਖਾ, ਮਾਨ ਬੜਾਈ ਤਾਰੀ,
कपटी लंपट झूठा हिंसक अस अस पाप करारी। ਹੁਣ ਆਪ ਕਹਿੰਦੇ ਆ ਮੈਂ ਕਪਟੀ ਹਾਂ, ਹਿੰਸਕ ਹਾਂ, ਲੋਭੀ ਹੈ, ਜਿੱਥੇ ਚਾਹੁੰਦਾ ਹੈ ਆਦਰ ਚਾਹੁੰਦਾ ਹੈ। ਬੜੇ ਮੇਰੇ ਵਿੱਚ ਅਸਾਧ ਰੋਗ ਹੈ। ਅਸਾਧ ਰੋਗ ਉਸ ਨੂੰ ਕਹਿੰਦੇ ਹੈ ਜਿਸ ਦਾ ਕੋਈ ਇਲਾਜ ਨਾ ਹੋਵੇ। ਪਿਆਰਿਓ, ਇਨਸਾਨ ਭਗਵਾਨ ਤੋਂ ਬਾਅਦ ਇਨਸਾਨ ਦੇ ਜਾਮੇ ਦੀ ਵਾਰੀ ਆਉਂਦੀ ਹੈ। ਅਗਰ ਇਨਸਾਨ ਦੇ ਅੰਦਰ ਜੋ ਐਬ ਇਸ ਸ਼ਬਦ ਦੇ ਅੰਦਰ ਸਵਾਮੀ ਜੀ ਮਹਾਰਾਜ ਗਿਣਦੇ ਹੈ, ਇਹ ਅਸੀਂ ਸਿਮਰਨ ਦੀ ਬੁਹਾਰੀ ਨਾਲ ਬਾਹਰ ਕੱਢ ਦਈਏ ਤਾਂ ਪਰਮਾਤਮਾ ਨੂੰ ਪਾਉਣਾ ਕੀ ਔਖਾ ਹੈ। ਪਰਮਾਤਮਾ ਤਾਂ ਸਾਡੇ ਅੰਦਰ ਹੀ ਹੈ। ਇਹ ਸਭ ਐਬ ਸਵਾਮੀ ਜੀ ਮਹਾਰਾਜ ਦਾ ਗਿਣਨ ਦਾ ਭਾਵ ਇਤਨਾ ਹੀ ਹੈ। ਉਸ ਵੇਲੇ ਅਸੀਂ ਗਿਣਦੇ ਹਾਂ ਜਦੋਂ ਅਸੀਂ ਸੱਚੇ ਸ਼ਿਸ਼ ਅੰਦਰ ਜਾ ਕੇ ਉਹ ਸੱਚਾਈ ਨੂੰ ਦੇਖ ਲੈਂਦੇ ਹਾਂ। ਪਹਿਲਾਂ ਅਸੀਂ ਜਿਤਨੇ ਵੀ ਐਬ ਹਨ ਕਦੇ ਵੀ ਅਸੀਂ ਦੱਸਣ ਵਾਸਤੇ ਤਿਆਰ ਨਹੀਂ ਹੁੰਦੇਗੇ, ਬਲਕਿ ਇਹਨਾਂ ਦੇ ਉੱਤੇ ਪਰਦਾ ਪਾਉਂਦੇ ਹਾਂ ਕਿ ਜੀ ਅਸੀਂ ਤਾਂ ਬਹੁਤ ਅੱਛੇ महात्मा है, बड़े अच्छे सत्संगी हैं। कपटी लंपट झूठा हिंसक अस अस पाप करारी। दुख निरादर सहा न जाई सुख आदर अभिलाख परारी। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਕਿ ਕੋਈ ਥੋੜਾ ਜਿਹਾ ਵੀ ਦੁੱਖ ਆ ਜਾਂਦਾ ਹੈ ਆਪ ਦੇ ਸਿਰ ਦੇ ਉੱਤੇ ਕਿੰਨਾ ਵਾਵੇਲਾ ਕਰਦੇ ਹੈ। ਕਿਸ ਤਰ੍ਹਾਂ ਜਿਹੜੇ ਬੇਜਵਾਨੇ ਜਾਨਵਰ ਹੈ ਉਹਨਾਂ ਤੇ ਦਿਨ ਰਾਤ ਅਸੀਂ ਤਲਵਾਰ ਚਲਾ ਰਹੇ ਹੁੰਦੇ ਹਾਂ। ਇਹ ਗੁਰੂ ਮੈਥੋਂ ਨਰਾਦਰ ਸਹਿਆ ਨਹੀਂ ਜਾਂਦਾ, ਦੁੱਖ ਮੈਥੋਂ ਨਹੀਂ ਸਹਿਆ ਜਾਂਦਾ ਹੈ। ਜਦ ਕੋਈ ਦੁੱਖ ਆ ਕੇ ਟੁੱਟਦਾ ਹੈ ਉਹ ਵੀ ਮੇਰੇ ਕਰਮਾਂ ਦਾ ਹੈ। ਮੈਂ ਤੇਰੇ ਅੰਦਰ ਹੀ ਨੁਕਸ ਕੱਢਣੇ ਸ਼ੁਰੂ ਕਰਦਾ ਹਾਂ। ਬੜੀ ਇੱਕ ਹੱਸਣ ਦੀ ਗੱਲ ਹੈ ਪਿਆਰਿਓ, ਕਾਫੀ ਪੁਰਾਣਾ ਵਾਕਿਆ ਹੈ ਮੇਰੇ ਪਿਛਲੇ ਪਿੰਡ ਦਾ। ਉੱਥੇ ਇੱਕ ਅੱਛਾ ਜ਼ਿਮੀਂਦਾਰ ਸੀ, ਅੱਛੇ ਮਕਾਨ ਸਨ, ਹਰ ਕਿਸਮ ਦਾ ਸਾਧਨ ਸੀ। ਜਦੋਂ ਉਹਦਾ ਅੰਤ ਸਮਾਂ ਆਇਆ ਉਹ ਰੋਵੇ ਕੁਰਲਾਵੇ ਵੀ, ਲੇਕਿਨ ਉਹ ਮੌਤ ਦੇ ਦੇਵਤੇ ਨੂੰ ਇਹ ਕਿ ਬੇਸ਼ੱਕ ਉਸ ਨੂੰ ਦਿਸਦਾ ਨਹੀਂ ਸੀ। ਸਾਡੇ ਪਿੰਡ 'ਚ ਇੱਕ ਗਰੀਬ ਸੀ, ਕਹਿਣ ਲੱਗਿਆ ਕਿ ਤੂੰ ਉਸ ਦੇ ਘਰੇ ਜਾ, ਉਹਦੇ ਘਰੇ ਕੁਛ ਨਹੀਂਗਾ, ਮੇਰੇ ਵੇਖ ਕਿੱਡੇ ਕਿੱਡੇ ਮਕਾਨ ਹੈ, ਮੈਂ ਰਹਿਣ ਨੂੰ ਪਾਏ ਹੈ, ਤੂੰ ਮੈਥੋਂ ਕੀ ਲੈਣਾ ਹੈ। ਤੋ ਕਹਿਣ ਦਾ ਭਾਵ ਪਿਆਰਿਓ ਕਿ ਅਸੀਂ ਮੌਤ ਨੂੰ ਵੀ ਕਹਿੰਦੇ ਹਾਂ ਦੂਸਰਿਆਂ ਦੇ ਘਰੇ ਜਾ, ਸਾਡੇ ਤਾਂ ਕਿੰਨੇ ਮਕਾਨ ਆ, ਅਸੀਂ ਆਰਾਮ ਨਾਲ ਰਹਿ ਰਹੇ ਹਾਂ। ਦੁਖ ਨਿਰਾਦਰ ਸਹਾ ਨ ਜਾਈ ਸੁਖ ਆਦਰ ਅਭਿਲਾਖ ਪਰਾਰੀ। व्यंजन स्वाद अधिक रस चाहे मन रस ना यही चाट पड़ारी। ਵਿਅੰਜਨ ਕਹਿੰਦੇ ਹੈ ਅੱਛੇ ਖਾਣਿਆਂ ਨੂੰ। ਕਹਿਣ ਲੱਗੇ ਮੇਰੇ ਵਿੱਚ ਇੱਕ ਹੋਰ ਅੱਛੇ ਖਾਣੇ ਖਾਣ ਦੀ ਵੀ ਮੈਨੂੰ ਬੜੀ ਆਦਤ ਹੈ। ਜਿੱਥੇ ਅੱਛਾ ਖਾਣਾ ਹੋਵੇ ਮੈਨੂੰ ਬੜਾ ਅੱਛਾ ਲੱਗਦਾ ਹੈ ਔਰ ਮੈਂ ਖਾ ਕੇ ਬੜਾ ਖੁਸ਼ ਹੁੰਦਾ ਹੈ। ਜੀਭਾ ਹੋਰ ਵੀ ਚੰਗੇ ਸਵਾਦ ਲੱਗੀ ਹੋਈ ਹੈ। ਮੈਂ ਖਾਣੇ ਦੇ ਸਵਾਦੂ ਅੱਖਾਂ ਨਾਲ ਕਈ ਮੇਰੀ ਜ਼ਿੰਦਗੀ ਦੇ ਵਿੱਚ ਦੇਖਣ ਦਾ ਮੌਕਾ ਮਿਲਿਆ ਹੈ। ਪਿਆਰਿਓ, ਉਹਨਾਂ ਅੱਗੇ ਜਿਤਨੇ ਮਰਜ਼ੀ ਤੁਸੀਂ ਪ੍ਰਕਾਰ ਦਾ ਖਾਣਾ ਪਰੋਸ ਦਿਓ, ਉਹ ਖਾਣਗੇ ਵੀ, ਉਸ ਨੂੰ ਨਿੰਦਣਗੇ ਵੀ, ਬਰਤਨ ਵੀ ਤੋੜਨਗੇ ਕਿ ਕਿਆ ਬਣਾਇਆ ਹੈ, ਇਹ ਅੱਛਾ ਨਹੀਂ ਬਣਾਇਆ। ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦੀ ਜਿਹੜੀ ਰਸ ਹੈ ਜੀਭ ਦੇ ਅੰਦਰ, ਖਾਣਿਆਂ ਦੇ ਅੰਦਰ, ਕੀ ਐਸੇ ਲੋਕ ਭਜਨ ਕਰ ਲੈਣਗੇ। ਗੁਰੂ ਸਾਹਿਬ ਨੂੰ ਅੱਗੇ ਪ੍ਰਾਰਥਨਾ ਕਰਦਾ ਸਿੱਖ ਕਿ ਹੇ ਸਤਿਗੁਰੂ, ਮੈਨੂੰ ਇਹ ਖਾਣਿਆਂ ਦਾ ਚਸਕਾ ਵੀ ਬੜਾ ਲੱਗਿਆ ਹੋਇਆ ਹੈ। व्यंजन स्वाद अधिक रस चाहे मन रस ना यही चाट पड़ारी।
ताने और कामन चेत बसाए, पुत्र कलतर आस परारी। ਹੁਣ ਗੁਰੂ ਦੇ ਅੱਗੇ ਪ੍ਰਾਰਥਨਾ ਕਰਦਾ ਹੈ ਕਿ हे ਗੁਰੂਦੇਵ, ਮੈਂ ਸਾਰੀ ਜ਼ਿੰਦਗੀ ਔਰਤ ਨੂੰ ਆਪਣੀ ਸਮਝਿਆ, ਪੁੱਤਰ ਧੀਆਂ ਨੂੰ ਆਪਣੇ ਸਮਝਿਆ, ਮੈਂ ਇਹਨਾਂ ਦਾ ਗੁਲਾਮ ਹੋ ਕੇ ਰਹਿ ਗਿਆ ਕਿ ਇਹਨਾਂ ਵਾਸਤੇ ਧਨ ਕਮਾਵਾਂ, ਧਨ ਇਕੱਠਾ ਕਰਕੇ ਦੇਵਾਂ। ਬੜੀਆਂ ਠੱਗੀਆਂ ਕੀਤੀਆਂ, ਬੇਆਰਾਮੀ ਇਹਨਾਂ ਵਾਸਤੇ ਕੀਤੀ। ਪਿਆਰਿਓ, ਬੋਲਤਾ ਸੀ ਕਿਉਂਕਿ ਪੱਛਮ ਦੇ ਅੰਦਰ ਔਰ ਹੁਣ ਤਾਂ ਹਿੰਦੁਸਤਾਨ ਦੇ ਅੰਦਰ ਵੀ ਕੋਈ ਖਾਸ ਫਰਕ ਨਹੀਂ ਰਿਹਾਗਾ, ਲੇਕਿਨ ਜਿਸ ਵਕਤ ਦੀ ਇਹ ਬਾਣੀ ਲਿਖੀ ਹੈ ਅਜੇ ਵੀ ਇਹ ਰਿਵਾਜ ਹਿੰਦੁਸਤਾਨ 'ਚ ਹੈ ਕਿ ਔਰਤ ਦਾ ਕੰਮ ਹੈ ਚੁੱਲ੍ਹਾ ਚੌਕਾ ਸਾਂਭਣਾ, ਮਰਦ ਦਾ ਕੰਮ ਹੈ ਕਮਾਈ ਕਰਕੇ ਉਹਨੂੰ ਖਵਾਉਣੀ, ਜਿੱਥੋਂ ਮਰਜ਼ੀ ਲਿਆਵੇ, ਬੱਚੇ ਪਾਲਣੇ ਮਰਦ ਦਾ ਕੰਮ ਹੈ। ਉਹਨਾਂ ਵਾਸਤੇ ਜੋ ਵੀ ਖਰਚਾ ਹੈ ਮਰਦ ਨੇ ਬਾਹਰੋਂ ਕਮਾ ਕੇ ਲਿਆਉਣਾ ਹੈ। ताने और कामन चेत बसाए, पुत्र कलतर आस परारी। नाना विद दुख पावत पापी, तो भी ये करतूत ना छाड़ी। ਆਪ ਕਹਿਣ ਲੱਗੇ ਨਾ ਪੁੱਤਰਾਂ ਚੋਂ ਸੁੱਖ ਮਿਲਿਆ, ਨਾ ਇਸਤਰੀਆਂ ਚੋਂ ਸੁੱਖ ਮਿਲਿਆ, ਬਲਕਿ ਉਥੋਂ ਦੁੱਖ ਹੀ ਮਿਲਿਆ, ਮੁਸੀਬਤਾਂ ਮਿਲੀਆਂ, ਉਹਨਾਂ ਚੋਂ ਵੀ ਤਾਨੇ ਮਿਹਣੇ ਮਿਲੇ। ਔਰ ਕਹਿਣ ਲੱਗੇ ਫੇਰ ਵੀ ਇਹ ਜਿਹੜਾ ਮਨ ਹੈ ਇਹ ਕਰਤੂਤ ਛੱਡਦਾ ਨਹੀਂ, ਫੇਰ ਵੀ ਉਸੇ ਪਾਸੇ ਹੀ ਜਾਂਦਾ ਹੈ, ਉਹਨਾਂ ਨਾਲ ਹੀ ਮੁਹੱਬਤ ਕਰਦਾ ਹੈ। ਪਿਆਰਿਓ, ਜਦੋਂ ਮੈਂ ਹੁਣ ਟੂਰ ਤੇ ਕੋਲੰਬੀਆ 'ਚ ਗਿਆ ਹਾਂ, ਬਗੋਟਾ, ਉੱਥੇ ਇੱਕ ਪ੍ਰੇਮੀ ਨੇ ਦੱਸਿਆ ਸੀਗਾ ਕਿ ਮੇਰੇ 24 ਬੱਚੇ ਹੈ, ਲੇਕਿਨ ਪਿਆਰ ਕੋਈ ਵੀ ਨਹੀਂ ਕਰਦਾਗਾ, ਸਾਰੇ ਹੀ ਥੱਪੜ ਲਾਉਂਦੇ ਹੈ। ਮੈਂ ਆਖਿਆ ਵੀ ਮੈਂ ਹੁਣ ਕੀ ਦੱਸਾਂ ਇਸ ਦੀ ਦਵਾਈ ਤੈਨੂੰ। ਇਸੇ ਤਰ੍ਹਾਂ ਇੱਕ ਦੁੱਖ ਭਰੀ ਕਹਾਣੀ ਮੈਨੂੰ ਸਮਸ ਆਸ਼ਰਮ ਦੇ ਵਿੱਚ ਪ੍ਰੇਮੀ ਨੇ ਦੱਸੀ। ਉਹਨੇ ਵੀ ਕਿਹਾ ਮੇਰੇ 12 ਬੱਚੇ ਹੈ ਪਰ ਪਿਆਰ ਕੋਈ ਵੀ ਨਹੀਂ ਕਰਦਾ। नाना विद दुख पावत पापी, तो भी यह करतूत ना छाड़ी। ये मन दोस्त काल का चेरा, नित परमावत निडर हुआरी। ਹੁਣ ਸਿੱਖ ਕਹਿੰਦਾ ਹੈ ਗੁਰੂ ਨੂੰ ਕਿ ਜੀ ਮਹਾਕਾਲ ਤਾਂ ਸਿਰਫ ਮੌਤ ਦੇ ਵਕਤ ਜ਼ਿੰਦਗੀ 'ਚ ਇੱਕ ਦਫਾ ਹੀ ਆਉਂਦਾ ਹੈ ਪਾਸ। ਇਹ ਜਿਹੜਾ ਕਾਲ ਦਾ ਦੂਤ ਮਨ ਹੈ ਇਹ ਮੈਨੂੰ ਨਿੱਤ ਹੀ ਵਹਿਮਾਂ ਵਿੱਚ ਭਰਮਾਂ ਵਿੱਚ ਪਾਈ ਬੈਠਾ ਹੈ ਔਰ ਨਿਡਰ ਹੋ ਗਿਆ ਹੈ, ਪਾਪ ਤੋਂ ਡਰਦਾ ਨੀਗਾ। यह मन दोस्त काल का चेरा, नित परमावत निडर हुआरी। जब जब चोट पड़ी दुखन की, तब डर डर कर भजन करारी। ਹੁਣ ਸਿੱਖ ਗੁਰੂ ਅੱਗੇ ਫਰਿਆਦ ਕਰਦਾ ਹੈ ਕਿ ਜਦ ਕਿਤੇ ਬਿਮਾਰੀ ਆਈ ਜਾਂ ਕੋਈ ਹੋਰ ਕਸ਼ਟ ਆ ਕੇ ਪਿਆ, ਉਦੋਂ ਡਰ ਕੇ ਥੋੜਾ ਬਹੁਤਾ ਭਜਨ ਕਰਦਾ ਹੈ। ਕਬੀਰ ਸਾਹਿਬ ਕਹਿੰਦੇ ਆ, ਦੁੱਖ ਮੇ ਸਿਮਰਨ ਸਭ ਕਰੇ, ਸੁਖ ਮੇ ਕਰੇ ਨਾ ਕੋਏ, ਸੁਖ ਮੇ ਸਿਮਰਨ ਜੇ ਕਰੇ ਤੇ ਦੁੱਖ ਕਾਹੇ ਕੋ ਹੋਏ। ਸੁਖ में सिमरन ना किया, दुख में किया याद, दुखी होए दास की कौन सुने फरियाद। जब जब चोट पड़ी दुखन की,
सब डर डर कर भजन करारी। देखो दया मेहर सतगुर की, उसी भजन को मान लियारी। ਹੁਣ ਆ ਪਿਆਰ ਨਾਲ ਕਹਿੰਦੇ ਆ ਸਤਿਗੁਰੂ ਦਇਆਵਾਨ ਹੁੰਦਾ ਹੈ, ਉਹ ਦਇਆ ਦਾ ਰੂਪ ਹੁੰਦਾ ਹੈ। ਅਗਰ ਸੇਵਕ ਫੇਰ ਵੀ ਜੇ ਥੋੜਾ ਬਹੁਤਾ ਬਿਮਾਰੀ ਤੋਂ ਡਰਦਾ ਵੀ ਅਗਰ ਉਸ ਨੂੰ ਯਾਦ ਕਰਦਾ ਹੈ, ਭਜਨ ਕਰਦਾ ਹੈ, ਤਾਂ ਗੁਰੂ ਫੇਰ ਵੀ ਕਹਿੰਦਾ ਹੈ ਚਲੋ ਇਹਨੇ ਕੁਛ ਤਾਂ ਕੀਤਾ ਹੀ ਹੈ, ਫੇਰ ਵੀ ਉਹ ਬਖਸ਼ਦਾ ਹੈ। देखो दया मेहर सतगुर की, उसी बचन को उसी भजन को मान लियारी। बुध चतुराई बचन बनावट, हार जीत की चर्चा तारी। ਆਪ ਕਹਿਣ ਲੱਗੇ ਮੇਰੀ ਬੁੱਧੀ ਚਤਰ ਹੈ, ਲੋਕਾਂ ਨਾਲ ਬਹਿਸ ਮੁਬਾਸਾ ਕਰਦਾ ਹੈ। ਆਖਰ ਲੈਕਚਰਾਰਾਂ ਨੂੰ ਦੇਖਦੇ ਹੈ ਕਿ ਕਿਸ ਤਰ੍ਹਾਂ ਉਹ ਕੁਕੜਾਂ ਦੀ ਤਰ੍ਹਾਂ ਇੱਕ ਦੂਜੇ ਨਾਲ ਲੜਦੇ ਹੈ ਬਚਨਾਂ ਦੇ ਨਾਲ। ਹਿੰਦੂ ਸਿੱਖਾਂ ਦੇ ਵਿੱਚ ਨੁਕਸ ਕੱਢਦੇ ਹੈ, ਸਿੱਖ ਹਿੰਦੂਆਂ 'ਚ ਕੱਢਦੇ ਹੈ, ਮੁਸਲਮਾਨ ਈਸਾਈਆਂ 'ਚ ਕੱਢਦੇ ਹੈ। ਦੋ ਫਿਰਕੇ ਇਕੱਠੇ ਹੋ ਜਾਣ, ਕਿਸ ਤਰ੍ਹਾਂ ਬਚਨਾਂ ਦਾ ਯੁੱਧ ਸ਼ੁਰੂ ਹੋ ਜਾਂਦਾ ਹੈ। ਔਰ ਇਹੀ ਹੁੰਦਾ ਹੈ ਕਿ ਮੈਂ ਇਸ ਨੂੰ ਹਰਾ ਲਵਾਂ, ਉਹ ਕਹਿੰਦਾ ਮੈਂ ਇਸ ਨੂੰ ਜਿੱਤ ਲਵਾਂ। ਹਾਲਾਂਕਿ ਅਸੀਂ ਸਾਰੇ ਇੱਕ ਪਰਮਾਤਮਾ ਦੇ ਬੱਚੇ हैं, ਉਸੇ ਨੂਰ ਤੋਂ ਪ੍ਰਕਾਸ਼ ਤੋਂ ਸਾਰੇ ਅਸੀਂ ਪੈਦਾ ਹੋਏ ਹਾਂ ਔਰ ਆਤਮਾ ਕਰਕੇ ਅਸੀਂ ਸਾਰੇ ਹੀ ਭੈਣ ਭਰਾ ਹੈ। ਕੀ ਕਿਸੇ ਨਾਲ ਫਿਰ ਜਿਹਨੂੰ ਇਹ ਸਮਝ ਆ ਜਾਵੇ ਕਿ ਸਾਰੇ ਅਸੀਂ ਉਸ ਪ੍ਰਕਾਸ਼ ਤੋਂ ਪੈਦਾ ਹੋਏ ਹਾਂ, ਸਾਡਾ ਸਭ ਦਾ ਪਰਮਾਤਮਾ ਇੱਕ ਹੈ, ਕਿ ਉਹ ਕਿਸੇ ਨਾਲ ਲੜੇਗਾ, ਕਿ ਉਹ ਜਿੱਦੇਗਾ ਕਿਸੇ ਨਾਲ। ਕਬੀਰ ਸਾਹਿਬ ਕਹਿੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਏਕ ਪਿਤਾ ਏਕ ਸਕੇ ਹਮ ਬਾਰਕ। बुध चतुराई बचन बनावट, हार जीत की चर्चा तारी। शेखी बहुत प्रीत ने अंतर, भोले भगतन तोख दियारी। ਹੁਣ ਆਪ ਕਹਿਣ ਲੱਗੇ ਇੱਕ ਹੋਰ ਵੱਡਾ ਐਬ ਹੈ ਮੇਰੇ ਵਿੱਚ, ਹੇ ਗੁਰੂ ਮੇਰੇ ਅੰਦਰ ਸ਼ੇਖੀ ਮਾਰਨ ਦੀ ਬੜੀ ਆਦਤ ਹੈ। ਸ਼ੇਖੀ ਉਸ ਨੂੰ ਕਹਿੰਦੇ ਹੈ ਕਿ ਜਿਸ ਦਾ ਆਪ ਦੇ ਅੰਦਰ ਕੋਈ ਗੁਣ ਨਾ ਹੋਵੇ, ਆਪ ਉਹਨੇ ਪਹੁੰਚੇ ਨਾ ਹੋਈਏ, ਔਰ ਭੋਲੇ ਭਾਲੇ ਭਗਤਾਂ ਨੂੰ ਮਗਰ ਲਾ ਲੈਣਾ ਕਿ ਮੈਂ ਪੂਰਨ ਮਹਾਤਮਾ ਹੈ, ਮੈਂ ਤੁਹਾਨੂੰ ਪਰਮਾਤਮਾ ਨਾਲ ਮਿਲਾ ਦੇਵਾਂਗਾ, ਤੁਸੀਂ ਸੋਚ ਕੇ ਦੇਖ ਲਓ। ਉਹ ਕਹਿਣ ਲੱਗੇ ਗੁਰੂ ਦੇਵ ਜੀ ਏਦੂ ਵੱਡਾ ਹੋਰ ਕਿਹੜਾ ਗੁਨਾਹ ਹੈ, ਮੇਰੇ ਅੰਦਰ ਇਹ ਵੀ ਅਭਿਲਾਸ਼ਾ ਰਹਿੰਦੀ ਹੈ। ਗੁਰੂ ਸਾਹਿਬ ਕਹਿੰਦੇ ਹੈ ਆਤਮ ਘਾਤੀ ਮਹਾ ਪਾਪੀ, ਅਗਰ ਆਪਦੀ ਪਹੁੰਚ ਨਾ ਹੋਵੇ, ਆਪ ਉੱਥੇ ਪਹੁੰਚਿਆ ਨਾ ਹੋਵੇ, ਲੋਕਾਂ ਨੂੰ ਦਾਵਾ ਕਰਦਾ ਹੋਵੇ ਕਿ ਵੀ ਮੈਂ ਉੱਥੇ ਪਹੁੰਚਿਆ ਤੁਹਾਨੂੰ ਪਹੁੰਚਾ ਦੂੰਗਾ, ਐਸੇ ਮਹਾਤਮਾ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਕਹਿਣ ਲੱਗੇ ਅਸਲ ਤਾਂ ਉਹ ਗਧੇ ਹੁੰਦੇ ਹੈ ਜਿਨ੍ਹਾਂ ਦੇ ਅੰਦਰ ਗੁਣ ਨਹੀਂ ਹੁੰਦਾਗਾ, ਲੋਕਾਂ ਨੂੰ ਮਹਾਤਮਾ ਬਣ ਕੇ ਦਿਖਾਉਂਦੇ ਆ। शेखी बहुत प्रीत ने अंतर, भोले भगतन तोख दियारी। नर नारी बहुत बस कीने, मान प्रतिष्ठा भोग कियारी। ਕਹਿਣ ਲੱਗੇ ਇਹ ਵੀ ਮੇਰੇ ਵਿੱਚ ਐਬ ਹੈ ਕਿ ਬਹੁਤ ਸਾਰੇ ਭੋਲੀ ਭਾਲੀ ਜਨਤਾ ਨੂੰ ਆਪਦੇ ਮਗਰ ਲਾ ਲੈਣਾ, ਕਿਸੇ ਸਮਾਜ ਦਾ ਲੀਡਰ ਬਣ ਜਾਣਾ। ਲੋਕ ਉਹਦੀ ਵਾਹ 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 ਕਰਦੇ ਹੈ, ਜਦੋਂ ਮੇਰਾ ਜਲੂਸ ਕੱਢਦੇ ਹੈ ਕਹਿੰਦੇ ਮੈਨੂੰ ਬੜਾ ਰਸ ਆਉਂਦਾ ਹੈ, ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ।
नारे नारी बहुतक बस कीने, मान प्रतिष्ठा भोग कियारी। गोरे संग प्रीत कपट कुछ डर की, कभी थोड़ी कभी बहुत कियारी। ਹੁਣ ਸਿੱਖ ਕਹਿੰਦਾ ਹੈ ਕਿ हे ਗੁਰੂ ਜੀ, ਇਹ ਵੀ ਇੱਕ ਵੱਡਾ ਐਬ ਹੈ। ਕਦੇ ਕਦੇ ਮੈਂ ਕਪਟ ਦੀ ਪ੍ਰੀਤ ਤਾਂ ਕਰ ਲੈਣਾ ਹੈ ਕਿ ਜੇ ਭਜਨ ਨਾ ਕੀਤਾ, ਸਤਸੰਗ ਤੇ ਨਾ ਗਏ, ਸ਼ਾਇਦ ਗੁਰੂ ਗੁੱਸੇ ਨਾ ਹੋ ਜਾਵੇ, ਕੋਈ ਕਸ਼ਟ ਨਾ ਆ ਪਏ। ਕਦੇ ਮੈਂ ਥੋੜਾ ਬਹੁਤਾ ਯਾਦ ਕਰਦਾ ਹੈ, ਕਦੇ ਜ਼ਿਆਦਾ ਕਰਦਾ ਹੈ, ਉਹ ਵੀ ਉੱਪਰੋਂ ਉੱਪਰੋਂ ਯਾਦ ਕਰਦਾ ਹੈ। गोरे संग प्रीत कपट कुछ डर की, कभी थोड़ी कभी बहुत कियारी। कहाँ लग औगन बारे नू अपने, याद न आवत भूल ਗਿਆਰੀ। ਕਿ हे ਗੁਰੂਦੇਵ, ਮੈਂ ਕੀ ਆਪਦੇ ਔਗੁਣ ਬਿਆਨ ਕਰਾਂ। ਜਿੰਨੇ ਕੁ ਮੇਰੇ ਯਾਦ ਸੀ ਉਹਨੇ ਕੁ ਦੱਸ ਦਿੱਤੇ ਹੈ। ਮੈਂ ਭੁੱਲ ਗਿਆ, ਐਬ ਮੇਰੇ ਅੰਦਰ ਹੋਰ ਵੀ ਬੇਸ਼ੁਮਾਰ ਹਨ। ਕਹਾਂ ਲੱਗ ਔਗਨ ਬਾਰੇ ਨੂੰ ਆਪਣੇ, याद न आवत भूल गयारी। चोर चुगल इंद्री रस माता, मतलब की सब बात विचारी। ਹੁਣ ਕਹਿੰਦਾ ਹੈ ਗੁਰੂਦੇਵ, ਮੈਨੂੰ ਚੋਰੀ ਦੀ ਆਦਤ ਹੈ, ਮੈਨੂੰ ਚੁਗਲੀ ਕਰਨ ਦੀ ਆਦਤ ਹੈ। ਮੈਂ ਕੀ ਐਬ ਦੱਸਾਂ, ਬਹੁਤ ਐਬਾਂ ਦਾ ਭਰਿਆ ਹੋਇਆ ਹੈ। ਜਿੱਥੇ ਕੋਈ ਦੁਨੀਆ ਦਾ ਮਤਲਬ ਦਿਸਦਾ ਹੈ, ਮੈਂ ਉੱਥੇ ਜਾ ਕੇ ਬੈਠਦਾ ਹਾਂ। ਚੋਰ ਚੁਗਲ ਇੰਦਰੀ ਰਸ ਮਾਤਾ, मतलब की सब बात विचारी। खुद मतलबी निर्दयी मानी, बहुतन का अपमान कियारी। कहने लगे गुरुदेव, मैं खुद मतबली है, मैं बड़ियां दा अपमान कीता है, नरादर कीता है। खुद मतलबी निर्दयी मानी, बहुतन का अपमान कियारी। कोटन पाप किए बहुत तेरे, कहूँ कहाँ लग वार न पारी। मेरे पापां दा, मेरे ऐबां दा कोई वारा पार नहीं, मैं करोड़ां ही गुनाह कीते है। कोटन पाप किए बहुत तेरे, कहूँ कहाँ लग वार न पारी। हे सत गोरे अब दया विचारो, क्या मुख ले मैं करूं पुकारी। कहन लगे, मेरे वो मुंह ही नहीं बनेगा जिदे ने मैं तेरे दर ते प्रार्थना कर सका। सिर्फ इन्ना ही सुनया है कि गुरु गरीब नवाज हुंदे है। मैं पापी जीव तेरे दर ते आया है, तू रहम कर। हे सत गोरे अब दया विचारो, क्या मुख ले मैं करूं पुकारी। नेह प्रतीत प्रीत नेह रंचक,
कस कस मेरा करो उभारी। हे गुरुदेव, मेरे अंदर तेरी प्रतीत नहीं, मेरे अंदर तेरे वास्ते प्रीत नहीं गी। तू मेरा किस तरह उद्धार करेगा? मैं दिन रात इस चिंता च लग्या रहना है कि मेरे अंदर कोई गुण नहीं, अवगुण ही अवगुण होण। नेह परतीत प्रीत नेह रंचक, कस कस मेरा करो उभारी। मोसा कोटिल और नहीं जग में, तुम सतगुरु मोहे लियो सुधारी। आप प्यार ना कहंदे है, मेरे जिन्ना कोई गुनाहगार बंदा संसार दे विच नहीं, पर तू पूर्ण गुरु है। तू मेरे ते रहम कर, दया कर। मोसा कोटिल और नहीं जग में, तुम सतगुरु मोहे लियो सुधारी। जतन करूं तो बन नहीं आवत, हारे हारे अब शरण पड़ारी। हे गुरुदेव, मैं अपने बड़े यतन करके देखे है, मैं किसी यतन दे विच कारगर नहीं होया। मैं तेनू प्राप्त नहीं कर सकिया। मैं बड़े जप कीते, तप कीते, धुने तपाए, जल धारे कीते, मैं जंगला पहाड़ां दे विच भी फिरिया, पर मेरा यतन कोई अज ताईं कारगर नहीं होयागा। इस वास्ते मैं तेरी शरण विच आया है कि तू ही बख्श, रहम कर। जतन करूं तो बन नहीं आवत, हारे हारे अब शरण पड़ारी। यह भी बात कही मैं मुँह से, मन से शरण कठिन प्यारी। हुण आप प्यार ना कहंदे है कि ये मैं मुंह ना कहा कि मैं तेरी शरण विच आया है, मन फिर भी मनदा नहींगा, मन अंदरों किसी होर पासे फिरदा है। गुरु नानक देव जी कहंदे है, सीस नवाए क्या थिया जे हृदय को सुधा जाए। यह भी बात कही मैं मुँह से, मन से शरण कठिन प्यारी। शरण लेना यह भी कहना, झूठ हुआ मुँह का कहनारी। हे गुरुदेव, मुंह दा कहा सब झूठा है। मैं कहंदा जरूर है कि मैं तेरी शरण विच आया है, तू रहम कर। शरण लेना यह भी कहना, झूठ हुआ मुँह का कहनारी। तुमरी गत मत तुम ही जानो, जस तस मेरा करो उभारी। हे गुरुदेव, अपनिया तू ही जान, मैं तेरी गति नू की समझ सकता है। अन्ने दी की ताकत है, सुजाखे नू पकड़ लवे। मेरा तू उद्धार कर दे। मैं तेरे दर ते आया है, सब आसरे छड़ के तेरे दरबार विच आया है। तुमरी गत मत तुम ही जानो, जस तस मेरा करो उभारी। मैं तो नीच निपट संसेरत, लगे न चरणन प्रीत करारी। मैं नीच है, मैं कपटी है, मेरी प्रीत तेरे चरणा ना लगदी नहीं, पर तू रहम कर।
मैं तो नीच निपट संसे रत, लगे न चरणन प्रीत करारी। मेरे रोग असाध परे हैं, तुम बिन को अब करे दवारी। ਮੇਰੇ ਅਸਾਧ ਰੋਗ ਹੈ, ਇਹਨਾਂ ਰੋਗਾਂ ਦਾ ਕੋਈ ਸੰਸਾਰ ਵਿੱਚ ਵੈਦ ਨਹੀਂ, ਤੂੰ ਹੀ ਮੇਰਾ ਵੈਦ ਹੈ। ਮੇਰੇ ਤੇ ਦਇਆ ਕਰ, ਮਿਹਰ ਕਰ। ਪਿਆਰਿਓ, ਸਰੀਰ ਨੂੰ ਤੰਦਰੁਸਤੀ ਡਾਕਟਰ ਦੇ ਦਿੰਦੇ ਹੈ, ਲੇਕਿਨ ਜੰਮਣ ਮਰਨ ਕੋਈ ਡਾਕਟਰ ਨਾ ਆਪਦਾ ਕੱਟ ਸਕਦਾ ਹੈ, ਨਾ ਸਾਡਾ ਕੱਟ ਸਕਦਾ ਹੈ। ਔਖਦ ਆਏ ਰਾਸ ਜੇ ਵਿੱਚ ਆਪ ਖੜੋਇਆ, ਉਹੀ ਦਵਾਈ ਕਾਰਗਰ ਹੁੰਦੀ ਹੈ ਮਰੀਜ਼ ਦੇ ਉੱਤੇ, ਜਿਹਦੇ ਵਿੱਚ ਉਹ ਪਰਮਾਤਮਾ ਮਦਦ ਕਰੇ। ਜਦੋਂ ਅਖੀਰ ਵਕਤ ਆਉਂਦਾ ਹੈ, ਡਾਕਟਰ ਵੀ ਸਿਰ ਫੇਰ ਕੇ ਚਲਾ ਜਾਂਦਾ ਹੈ ਕਿ ਬਈ ਹੁਣ ਕੋਈ ਦੁਆ ਨਹੀਂ। ਮੈਂ ਭਜਨ ਚ ਬੋਲਦਾ ਹੁੰਦਾ ਹੈ, ਪਰਮਾਤਮਾ ਕਿਰਪਾਲ ਦੇ ਅੱਗੇ ਫਰਿਆਦ ਕਰਦਾ ਹੈ ਕਿ ਸਾਨੂੰ ਜੰਮਣ ਮਰਨ ਦਾ ਦੁੱਖ ਵੇ, ਬਣ ਵੈਦ ਰੋਗ ਤੂੰ ਚੁੱਕ ਵੇ। मेरे रोग असाध परे हैं, तुम बिन को अब करे दवारी। जब चाहो जब छिन में टारो, मेहर दया की मौज नियारी। ਆ ਪਿਆਰ ਨਾਲ ਕਹਿੰਦੇ ਹੈ, ਇਹ ਤੇਰੀ ਮੌਜ ਹੈ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਹੈ, ਕਿ ਤੂੰ ਜਿਹਦੇ ਤੇ ਆਪਣੀ ਮੌਜ ਵਰਤਾਵੇਂ। ਤੂੰ ਪਾਪੀਆਂ ਨੂੰ ਵੀ ਇੱਕ ਛਿਨ ਵੀ ਦੀ ਤਾਰ ਦਿੰਦਾ ਹੈ। ਤੇਰੀ ਇੱਕੋ ਹੀ ਨਿਗਾਹ ਹੈ, ਕਾਫੀ ਹੈ। ਸਾਡੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ। जब चाहो जब छिन में टारो, मेहर दया की मौज नियारी। बारंबार करूं मैं बिनती, और प्रार्थना करूं तुम्हारी। ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ, ਹੇ ਗੁਰੂ ਦੇਵ, ਤੇਰੇ ਦਰ ਤੇ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਹੀ ਰਹਿਮ ਕਰ। ਤੇਰੇ ਰਹਿਮ ਬਿਨਾ ਮੈਂ ਪਾਰ ਨਹੀਂ ਹੋ ਸਕਦਾਗਾ। बार बार करूं मैं बिनती, और प्रार्थना करूं तुम्हारी। तुम बिन और ना कोई दिखे, तुम ही हो मेरे रखवारी। ਹੇ ਗੁਰੂ ਦੇਵ, ਤੈਥੋਂ ਬਗੈਰ ਹੋਰ ਕੋਈ ਨਹੀਂ ਦਿਸਦਾਗਾ। ਤੂੰ ਹੀ ਮੈਨੂੰ ਰੱਖਣ ਵਾਲਾ ਹੈ, ਤੂੰ ਹੀ ਮੈਨੂੰ ਪਿਆਰ ਕਰਨ ਵਾਲਾ ਹੈ। ਤੂੰ ਮੇਰਾ ਰਾਖਾ ਸਭਨੀ ਥਾਈ। तुम बिन और ना कोई दिखे, तुम ही हो मेरे रखवारी। बुरा बुरा फिर बुरा बुरा हूँ, जैसा तैसा आन पड़ारी। ਮੈਂ ਬੁਰਾ ਹਾਂ, ਮੈਂ ਬੁਰਿਆਂ ਤੋਂ ਵੀ ਬੁਰਾ ਹਾਂ, ਭਾਵੇਂ ਕੈਸਾ ਹੀ ਹੈ, ਫਿਰ ਵੀ ਮੈਂ ਤੇਰੇ ਦਰ ਤੇ ਆ ਗਿਆ ਹਾਂ। ਹੁਣ ਮੇਰਾ ਨਾਮ ਤੇਰਾ ਚੇਲਾ ਪੈ ਗਿਆ ਹੈ। ਬੇਸ਼ੱਕ ਪੁੱਤ ਤੋਂ ਕੁਪੁੱਤ ਹੋ ਜਾਵੇ, ਫਿਰ ਵੀ ਪਿਤਾ ਨੂੰ ਲਾਜ ਹੁੰਦੀ ਹੈ। ਉਸ ਨੂੰ ਘਰੋਂ ਨਹੀਂ ਨਿਕਾਲਦਾਗਾ, ਫਿਰ ਵੀ ਗਲੇ ਨਾਲ ਲਾ ਲੈਂਦਾ ਹੈ। बुरा बुरा फिर बुरा बुरा हूँ, जैसा तैसा आन पड़ारी। अब तो लाज तुम्हें है मेरी, राधा स्वामी खेओ बला।
हे ਗੁਰੂਦੇਵ, ਹੁਣ ਤੇਰੇ ਹੱਥ ਵਿੱਚ ਮੇਰੀ ਲਾਜ ਹੈ। ਤੂੰ ਹੀ ਦਇਆ ਕਰਨੀ ਹੈ, ਤੂੰ ਹੀ ਮੈਨੂੰ ਆਪਦੇ ਦਰ ਵਿੱਚ ਜਗ੍ਹਾ ਦੇਣੀ ਹੈ। ਤੂੰ ਮੇਰੀ ਲਾਜ ਰੱਖ, ਤੂੰ ਹੀ ਮੈਨੂੰ ਬਚਾਉਣ ਵਾਲਾ ਹੈ। ਪਿਆਰਿਓ, ਇਹ ਸ਼ਬਦ ਦੇ ਅੰਦਰ ਸਵਾਮੀ ਜੀ ਮਹਾਰਾਜ ਨੇ ਸਾਨੂੰ ਭੁੱਲੜ ਜੀਵਾਂ ਨੂੰ ਕਿਸ ਤਰ੍ਹਾਂ ਆਪ ਇੱਕ ਸ਼ਿਸ਼ ਦੇ ਨਮੂਨੇ ਵਿੱਚ ਬੈਠ ਕੇ ਸ਼ਬਦ ਨੂੰ ਉਚਾਰਿਆ, ਸਾਨੂੰ ਦੱਸਿਆ ਕਿ ਪਿਆਰਿਓ, ਸਾਡੇ ਅੰਦਰ ਕੀ ਕੀ ਐਬ ਹੈ। ਅਸੀਂ ਫੇਰ ਵੀ ਇਹ ਕਹਿ ਦਿੰਦੇ ਹਾਂ ਕਿ ਸਾਡੇ ਵਿੱਚ ਕੋਈ ਐਬ ਨਹੀਂ, ਐਬ ਤਾਂ ਸਾਰੇ ਲੋਕਾਂ ਵਿੱਚ ਹੀ ਹੈ। ਨਹੀਂ, ਅਸੀਂ ਆਪਣੇ ਐਬ ਦੇਖਣੇ ਆ, ਦੁਨੀਆ ਦੇ ਗੁਣ ਦੇਖਣੇ ਹੈ। ਗੁਣ ਗ੍ਰਹਿਣ ਦੀ ਆਦਤ ਪਾਓ, ਆਪਣੇ ਆਪ ਨੂੰ ਪਰਮਾਤਮਾ ਦੇ ਗੁਰੂ ਦੇ ਹਵਾਲੇ ਕਰ ਦਿਓ ਕਿ ਹੇ ਗੁਰੂ, ਮੈਂ ਤੇਰੇ ਚਰਨਾਂ ਵਿੱਚ ਆ ਗਿਆ ਹਾਂ, ਤੂੰ ਮੈਨੂੰ ਬਖਸ਼ ਦੇ, ਮੈਂ ਭੁੱਲੜ ਹੈ, ਅੱਗੇ ਵਾਸਤੇ ਮੈਂ ਕੋਈ ਗਲਤੀ ਨਹੀਂ ਕਰਦਾਗਾ। ਔਰ ਆਪ ਪਿਆਰ ਨਾਲ ਕਹਿੰਦੇ ਹੈ ਕਿ ਤੂੰ ਦਇਆ ਦਾ ਸਮੁੰਦਰ ਹੈ, ਤੂੰ ਦਇਆ ਕਰ,